ਘਟਨਾ ਯਾਦ ਆਉਂਦੀ ਹੈ ਕਿ ਖਾਲਿਸਤਾਨ ਦਾ ਹਮਾਇਤ ਹੈ ਜਿਹੜੀ ਇੱਕ ਵਿਦੇਸ਼ ਸਰਕਾਰ ਨੇ ਕਰ ਦਿੱਤੀ ਸੀ ਸਿਰਫ ਪੰਜਾਬ ਦੀ ਖੇਤੀਬਾੜੀ ਦੇ ਨੁਕਸਿਆਂ ਦੇ ਉੱਤੇ। ਜੇਕਰ ਪੰਜਾਬ ਇੰਨਾ ਹੀ ਜ਼ਿਆਦਾ ਖੁਸ਼ਹਾਲ ਹੈ ਤੇ ਇੰਨੀ ਜ਼ਿਆਦਾ ਪੰਜਾਬ ਦੀ ਖੇਤੀਬਾੜੀ ਦੀ ਤੂਤੀ ਸਾਰੀ ਦੁਨੀਆ ਦੇ ਵਿੱਚ ਬੋਲ ਰਹੀ ਹੈ ਤੇ ਫਿਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਖੁਦਕੁਸ਼ੀ ਦਾ ਮਸਲਾ ਜਿਹੜਾ ਆ ਉਹ ਕਿਉਂ ਉੱਭਰ ਕੇ ਸਾਹਮਣੇ ਆ ਰਿਹਾ ਹੈ? ਕਿਉਂ ਪੰਜਾਬ ਦੀ ਅਗਲੀ ਪੀੜ੍ਹੀ ਜਿਹੜੀ ਆ ਉਹ ਖੇਤੀ ਤੋਂ ਬੇਜ਼ਾਰ ਹੋ ਰਹੀ ਹੈ ਤੇ ਆਮ ਲੋਕਾਂ ਦੇ ਵਿੱਚ ਇਹ ਗੱਲ ਘਰ ਕਰ ਰਹੀ ਹੈ ਕਿ ਖੇਤੀ ਦੇ ਵਿੱਚ ਹੁਣ ਕੁਝ ਨਹੀਂ ਬਚਿਆ ਹੋਇਆ? ਕਿਉਂ ਜਿਹੜਾ ਇੱਕ ਦਰਮਿਆਨਾ ਕਿਸਾਨੀ ਕਰਨ ਵਾਲਾ ਪਰਿਵਾਰ ਹੈ ਉਹ ਆਪਣੀਆਂ ਜ਼ਰੂਰਤਾਂ ਦੇ ਵਾਸਤੇ ਹੀ ਕਰਜ਼ੇ ਦੇ ਚੱਕਰ ਦੇ ਵਿੱਚ ਫਸ ਜਾਂਦਾ ਹੈ? ਖਾਸ ਤੌਰ ਦੇ ਉੱਪਰ ਜਿਹੜੀ ਸਭ ਤੋਂ ਵੱਧ ਗੰਭੀਰ ਚਿੰਤਾ ਦੀ ਗੱਲ ਆ ਉਹ ਹੈਗੀ ਆ ਜ਼ਮੀਨੀ ਪਾਣੀ ਦੇ ਸਰੋਤ ਦੀ, ਕਿ ਜਿਹੜਾ ਬਹੁਤ ਹੀ ਤੇਜ਼ੀ ਦੇ ਨਾਲ ਖਤਮ ਹੋ ਰਿਹਾ। ਔਰ 2017 ਦੇ ਸਰਕਾਰ ਦੇ ਆਪਣੇ ਅੰਕੜਿਆਂ ਨੂੰ ਜੇਕਰ ਤੁਸੀਂ ਡੂੰਘਾਈ ਨਾਲ ਖੰਗਾਲਦੇ ਹੋ, ਉਦੋਂ ਕਹਿ ਰਹੇ ਸੀਗੇ ਕਿ 22 ਸਾਲ ਦਾ ਸਮਾਂ ਪੰਜਾਬ ਦੇ ਕੋਲ ਹੈਗਾ, ਜਿਸ 'ਚੋਂ 5 ਸਾਲ ਲੰਘ ਚੁੱਕੇ ਆ। ਬੀਜ ਦਾ ਰੇਸ ਸਪਰੇ ਦਾ ਵੱਡਾ ਵਪਾਰ ਹੈ ਪੰਜਾਬ ਦੇ ਵਿੱਚ ਜਿਹੜਾ ਚੱਲਦਾ, ਇੱਕ ਨੈਕਸਸ ਹੈ। ਮੈਨੂੰ ਲੱਗਦਾ ਜਿਹੜਾ ਆਪਾਂ ਪੰਜਾਬ ਦੇ ਵਿੱਚ ਜਿਹੜਾ ਰੇਤਾ ਬਜਰੀ ਮਾਫੀਆ ਜਿਹੜਾ ਸੁਣਦੇ ਉਹਦੇ ਨਾਲੋਂ ਵੀ ਵੱਡਾ ਮਾਫੀਆ ਜਿਹੜਾ ਕਿ ਇੰਟਰਨੈਸ਼ਨਲ ਹੈਗਾ ਰੇਸ ਸਪਰੇ ਬੀਜਾਂ ਦਾ। ਵਪਾਰਕ ਹਿੱਤ ਉਸ ਤਰੀਕੇ ਦੇ ਨਾਲ ਜੁੜੇ ਹੁੰਦੇ ਨੇ ਉਹ ਕਿਸਾਨਾਂ ਨੂੰ ਵੀ ਉਸ ਤਰੀਕੇ ਦੇ ਨਾਲ ਮਿਸਗਾਈਡ ਕਰ ਲਿਆ ਜਾਂਦਾ। ਤੀਜੀ ਗੱਲ ਬਿਰਤੀ ਦੀ ਵੀ ਹੈਗੀ ਹੈ ਕਿ ਬੰਦੇ ਨੂੰ ਲੱਗਦਾ ਕਿ ਜੇ ਗੁਆਂਢੀ ਦੇ ਮੋਢਿਆਂ ਦੇ ਉੱਤੇ ਢੋਲੀ ਆ ਤੇ ਮੇਰੇ ਤੇ ਵੀ ਹੋਣੀ ਚਾਹੀਦੀ ਹੈ। ਤੇ ਸਾਨੂੰ ਕਾਫੀ ਜ਼ਿੰਮੇਵਾਰ ਸੱਜਣ ਨੇ ਇਹ ਗੱਲ ਦੱਸੀ ਕਿ ਜਿਨ੍ਹਾਂ ਨੇ ਤਾਂ ਇਹ ਸੋਚ ਲਿਆ ਕਿ ਬਰਬਾਦ ਨਹੀਂ ਹੋਣਾ, ਫਸਲ ਹੁੰਦੀ ਹੋਵੇ ਨਹੀਂ ਹੁੰਦੀ ਨਾ ਹੋਵੇ, ਹੁਣ ਹੋਰ ਸਪਰੇਅ ਤੇ ਖਰਚ ਨਹੀਂ ਕਰਨਾ, ਉਹਨਾਂ ਨੂੰ ਤਾਂ 4 ਟਿੰਡੇ ਜਿਹੜੇ ਸੀਗੇ ਉਹ ਮਿਲ ਗਏ ਨਰਮੇ ਦੇ। ਜਿਨ੍ਹਾਂ ਨੇ ਲੱਗਿਆ ਕਿ ਅਸੀਂ ਮੱਖੀ ਦਾ ਖਾਤਮਾ ਕਰਨਾ, ਉਹਨਾਂ ਦੀ ਫਸਲ ਟੋਟਲ ਤਬਾਹ ਹੋ ਗਈ। ਇੱਕ ਤਾਂ ਕੁਦਰਤੀ ਖੇਤੀ ਜਿਹੜੀ ਆ ਇਹ ਇੱਕ ਮੁਕੰਮਲ ਪੈਕੇਜ ਆ। ਤੁਸੀਂ ਦਿੱਤੇ ਹੋਏ ਢਾਂਚੇ ਦੇ ਤਹਿਤ ਮਤਲਬ ਕਹਿ ਲਓ ਕਿ ਬਿਨਾਂ ਖਾਦ ਦਵਾਈ ਤੋਂ ਜੇ ਸੋਚ ਲਵੋ ਕਿ ਅਸੀਂ ਫਸਲਾਂ ਪੈਦਾ ਕਰ ਲੈਣੀਆਂ, ਇੰਨਾ ਨਹੀਂ ਹੈਗਾ। ਤੁਹਾਨੂੰ ਆਪਦੇ ਮਨ ਤੋਂ ਲੈ ਕੇ ਆਪਦੇ ਖੇਤ ਦੇ ਹਾਲਾਤ, ਆਪਣੇ ਖੇਤੀ ਕਰਨ ਦਾ ਢੰਗ ਤਰੀਕਾ, ਉਹ ਸਾਰੇ ਕਾਸੇ ਦੇ ਵਿੱਚ ਤਬਦੀਲੀ ਲਿਆਉਣੀ ਪੈਣੀ। ਤੇ ਜਿੰਨਾ ਵੀ ਡਿਸਚਾਰਜ ਖੇਤ ਦੇ ਵਿੱਚੋਂ ਪੈਦਾ ਹੋ ਰਿਹਾ ਆ, ਜਿਹੜਾ ਤੁਸੀਂ ਜਾਂ ਤੁਹਾਡੇ ਪਸ਼ੂ ਨਹੀਂ ਖਾ ਰਹੇ, ਉਹ ਦੁਬਾਰਾ ਖੇਤ ਦੇ ਵਿੱਚ ਰਲਣਾ ਚਾਹੀਦਾ। ਜਿੰਨਾ ਪਸ਼ੂਆਂ ਦਾ ਬਲ ਮੂਤਰ ਹੈ ਉਹਨੂੰ ਵੀ ਉਹ ਮਤਲਬ ਉਹਦੇ ਤੋਂ ਜੀਵ ਅੰਮ੍ਰਿਤ ਤਿਆਰ ਕਰਕੇ ਜਾਂ ਖਾਦ ਤਿਆਰ ਕਰਕੇ ਉਹਨੂੰ ਵੀ ਦੁਬਾਰਾ ਜਿਹੜਾ ਆ ਉਹ ਖੇਤ ਦੇ ਵਿੱਚ ਪਾਉਂਦੇ ਆ, ਤਾਂ ਕਿ ਉਹਦੀ ਉਪਜਾਊ ਸ਼ਕਤੀ ਜਿਹੜੀ ਆ ਉਹ ਕੁਦਰਤੀ ਤੌਰ ਦੇ ਉੱਤੇ ਬਰਕਰਾਰ ਰਹੇ। ਕਿ ਇਹਦਾ ਮੁਕੰਮਲ ਜੇਕਰ ਤੁਸੀਂ ਤਬਦੀਲੀ ਲਿਆਉਣੀ ਆ ਤੇ ਉਹਦੇ ਵਾਸਤੇ ਸਰਕਾਰੀ ਨੀਤੀ ਦੇ ਵਿੱਚ ਤਬਦੀਲੀ ਤੇ ਉਸ ਨੀਤੀ ਦੇ ਮੁਤਾਬਕ ਉਹਦੇ ਲਾਗੂ ਹੋਣ ਦਾ ਅਮਲ ਇਹਦੇ ਤੋਂ ਬਿਨਾਂ ਵਿਆਪਕ ਪੱਧਰ ਦੇ ਉੱਪਰ ਸੰਭਵ ਨਹੀਂ ਹੈਗਾ। ਪਰ ਆਪਾਂ ਕਹੀਏ ਕਿ ਉਸ ਤੋਂ ਇਲਾਵਾ ਸਮਾਜਿਕ ਪੱਧਰ ਦੇ ਉੱਪਰ ਕੁਝ ਕੀਤਾ ਹੀ ਨਹੀਂ ਜਾ ਸਕਦਾ, ਇਸ ਤਰ੍ਹਾਂ ਦੀ ਸਥਿਤੀ ਵੀ ਨਹੀਂ ਹੈਗੀ। ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗੁਰਪ੍ਰਤਾਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿਖਰ ਸੰਵਾਦ। ਨਿੱਤ ਦੇ ਪੋਲੀਟੀਕਲ ਸਟੰਟ ਸਾਨੂੰ ਸਾਡੇ ਮੁੱਦਿਆਂ ਤੋਂ ਭਟਕਾਉਣ ਲਈ ਕਾਫੀ ਹੁੰਦੇ ਨੇ। ਅਕਸਰ ਇੱਦਾਂ ਹੁੰਦਾ ਵੀ ਹੈ ਕਿ ਅਸੀਂ ਭਟਕ ਜਾਂਦੇ ਹਾਂ ਉਹਨਾਂ ਮੁੱਦਿਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਅਸੀਂ ਆਪਣੀ ਜਾਨ ਨਿਛਾਵਰ ਕਰਨ ਤੱਕ ਤਿਆਰ ਹੁੰਦੇ ਹਾਂ ਜਾਂ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਵੀ ਨੇ। ਕਿਸਾਨੀ ਸੰਘਰਸ਼ ਦੇ ਵਿੱਚ ਅਸੀਂ ਦੇਖਿਆ ਕਿ ਕਿੰਨੇ ਹੀ ਕਿਸਾਨ ਨੇ ਜਿਹੜੇ ਉਹ ਆਪਣੀ ਜਾਨਾਂ ਗਵਾ ਚੁੱਕੇ ਨੇ। ਇਹ ਵੱਖਰਾ ਸੰਵਾਦ ਦਾ ਵਿਸ਼ਾ ਹੈ ਕਿ ਇਹ ਹੀ ਅਸਲ ਮੁੱਦੇ ਨੇ ਪੰਜਾਬ ਨੂੰ ਬਚਾਉਣ ਲਈ ਜਾਂ ਇਹਨਾਂ ਮੁੱਦਿਆਂ ਦੀ ਹੋਰ ਗਹਿਰਾਈ ਦੇ ਵਿੱਚ ਜਾਣ ਦੀ ਲੋੜ ਹੈ। ਪਰ ਕੁਝ ਸੰਸਥਾਵਾਂ, ਕੁਝ ਸ਼ਖਸੀਅਤਾਂ ਅਜਿਹੀਆਂ ਨੇ ਜਿਹੜੇ ਕਿ ਹਰ ਪਲ ਭਾਵੇਂ ਕੋਈ ਵੀ ਪੋਲੀਟੀਕਲ ਸਟੰਟ ਪੰਜਾਬ ਦੀ ਧਰਤੀ ਦੇ ਉੱਤੇ ਵਾਪਰਦੇ ਰਹਿਣ, ਪਰ ਉਹਨਾਂ ਦਾ ਦਿਸ਼ਾ ਹੈ ਜਿਹੜੀ, ਉਹਨਾਂ ਦਾ ਨਿਸ਼ਾਨਾ ਹੈ ਜਿਹੜਾ ਉਹ ਹਰ ਸਮੇਂ ਫੋਕਸ ਰਹਿੰਦਾ। ਸੋ ਅਜਿਹੀ ਸ਼ਖਸੀਅਤ ਦੇ ਨਾਲ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਉਹਨਾਂ ਨਾਲ ਸੰਵਾਦ ਰਚਣ ਜਾ ਰਹੇ ਹਾਂ। ਸਰਦਾਰ ਪਰਮਜੀਤ ਸਿੰਘ ਗਾਜ਼ੀ ਜੀ, ਜੋ ਕਿ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਵਿੱਚ ਸੇਵਾ ਕਰਦੇ ਨੇ, ਤੇ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਖੇਤੀਬਾੜੀ ਤੇ ਪਾਣੀ ਨੂੰ ਲੈ ਕੇ ਇੱਕ ਚੇਤਨਾ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ ਸੀਗੀ। ਸੋ ਸਰਦਾਰ ਪਰਮਜੀਤ ਸਿੰਘ ਗਾਜ਼ੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸਿਖਰ ਸੰਵਾਦ ਤੇ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਜ਼ੀ ਸਾਹਿਬ, ਸਭ ਤੋਂ ਪਹਿਲਾਂ ਇਹ ਗੱਲ ਕਿ ਪੰਜਾਬ ਮੰਨਿਆ ਜਾਂਦਾ ਹੈ ਕਿ ਖੇਤੀਬਾੜੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੰਜਾਬ ਦੀ ਤੂਤੀ ਬੋਲਦੀ ਹੈ। ਵਿਸ਼ਵ ਦੇ ਵਿੱਚ ਵੀ ਅਸੀਂ ਕਈ ਦੇਖਿਆ ਕਿ ਕਈ ਮੁਲਕ ਅਜਿਹੇ ਨੇ ਜਿਨ੍ਹਾਂ ਨੇ ਪੰਜਾਬ ਦੀ ਖੇਤੀ ਦੇ ਨੁਕਸਿਆਂ ਨੂੰ ਲੈ ਕੇ ਉਹਨਾਂ ਦੇ ਕਈ ਜਿਹੜੀਆਂ ਮੰਗਾਂ ਪੂਰੀਆਂ ਕਰ ਦਿੱਤੀ ਸੀ। ਇੱਕ ਘਟਨਾ ਯਾਦ ਆਉਂਦੀ ਹੈ ਕਿ ਖਾਲਿਸਤਾਨ ਦਾ ਹਮਾਇਤ ਹੈ ਜਿਹੜੀ ਇੱਕ ਵਿਦੇਸ਼ ਸਰਕਾਰ ਨੇ ਕਰ ਦਿੱਤੀ ਸੀ ਸਿਰਫ ਪੰਜਾਬ ਦੀ ਖੇਤੀਬਾੜੀ ਦੇ ਨੁਕਸਿਆਂ ਦੇ ਉੱਤੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੀ ਜਿੱਥੇ ਪੂਰੀ ਦੁਨੀਆ ਦੇ ਵਿੱਚ ਤੂਤੀ ਬੋਲਦੀ ਹੈ ਖੇਤੀ ਨੂੰ ਲੈ ਕੇ, ਉੱਥੇ ਤੁਹਾਨੂੰ ਕਿਵੇਂ ਲੱਗਿਆ ਵੀ ਕਿਹੜੀ ਚੇਤਨਾ ਪੈਦਾ ਕਰਨ ਦੀ ਲੋੜ ਹੈ ਇਸ ਤੋਂ ਇਲਾਵਾ ਹੋਰ?
ਦੇਖੋ, ਜੇ ਤਾਂ ਆਪਾਂ ਬਿਲਕੁਲ ਦਿਸਦੇ ਰੂਪ ਦੇ ਉੱਪਰ ਜੋ ਬਾਹਰ ਦਿਸ ਰਿਹਾ ਆ ਉਹਨੂੰ ਦੇਖੀਏ ਤੇ ਫਿਰ ਇਹ ਗੱਲ ਲੱਗਦੀ ਆ ਅਜੇ ਵੀ ਕਣਕ ਦੀ ਪ੍ਰੋਡਕਸ਼ਨ, ਝੋਨੇ ਦੀ ਪ੍ਰੋਡਕਸ਼ਨ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਕੋਈ ਵੀ ਸੂਬਾ ਜਿਹੜਾ ਆ ਉਹ ਉਸ ਪੱਧਰ ਤੱਕ ਨਹੀਂ ਆ ਸਕਿਆ। ਪਿਛਲੇ ਸਾਰੇ ਸਮੇਂ ਦੇ ਦੌਰਾਨ ਤਾਂ ਖੇਤੀਬਾੜੀ ਨਿਰਭਰਤਾ ਇਸ ਸਾਰੇ ਖਿੱਤੇ ਦੀ ਜਿਹੜੀ ਆ ਉਹ ਪੰਜਾਬ ਦੇ ਉੱਪਰ ਰਹੀ ਸੀਗੀ। ਹੁਣ ਵੀ ਬੜੇ ਵੱਡੇ ਪੱਧਰ ਦੇ ਉੱਪਰ ਹੈਗੀ ਹੈ। ਕਾਫੀ ਯਤਨਾਂ ਦੇ ਬਾਵਜੂਦ ਉਹ ਨਿਰਭਰਤਾ ਜਿਹੜੀ ਆ ਪੰਜਾਬ ਤੋਂ ਉਹ ਬਦਲ ਨਹੀਂ ਪਾ ਰਹੀ। ਹਾਲਾਂਕਿ ਇਸ ਗੱਲ ਦੀ ਕਈ ਤਰ੍ਹਾਂ ਦੀ ਸਮੱਸਿਆ ਜਿਹੜੀ ਆ ਉਹ ਇੰਡੀਆ ਦੀ ਸਰਕਾਰ ਦੇ ਵਾਸਤੇ ਵੀ ਖੜੀ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਹੁਣ ਆਪਾਂ ਕਿਸਾਨ ਅੰਦੋਲਨ ਦੇ ਮਾਮਲੇ ਦੇ ਵਿੱਚ ਵੀ ਦੇਖਿਆ ਜਾਂ ਅੰਦਰੂਨੀ ਤੇ ਬਹਿਰੂਨੀ ਮਾਮਲਿਆਂ ਦੇ ਵਿੱਚ ਵੀ ਇਹਦਾ ਜਿਹੜਾ ਅਸਰ ਆ ਉਹ ਇੰਡੀਆ ਦੀ ਪਾਲਿਸੀ ਦੇ ਉੱਪਰ ਪੈਂਦਾ ਆ ਜੀ। ਪਰ ਜੇਕਰ ਆਪਾਂ ਜੋ ਸਤ੍ਹਾ ਦੇ ਉੱਪਰ ਦਿਸ ਰਿਹਾ ਆ ਉਹਦੇ ਤੋਂ ਹੇਠਾਂ ਡੂੰਘਾਈ ਦੇ ਵਿੱਚ ਜਾ ਕੇ ਦੇਖੀਏ, ਜੇਕਰ ਪੰਜਾਬ ਇੰਨਾ ਹੀ ਜ਼ਿਆਦਾ ਖੁਸ਼ਹਾਲ ਹੈ ਤੇ ਇੰਨੀ ਜ਼ਿਆਦਾ ਪੰਜਾਬ ਦੀ ਖੇਤੀਬਾੜੀ ਦੀ ਤੂਤੀ ਸਾਰੀ ਦੁਨੀਆ ਦੇ ਵਿੱਚ ਬੋਲ ਰਹੀ ਹੈ, ਤੇ ਫਿਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਖੁਦਕੁਸ਼ੀ ਦਾ ਮਸਲਾ ਜਿਹੜਾ ਆ ਉਹ ਕਿਉਂ ਉੱਭਰ ਕੇ ਸਾਹਮਣੇ ਆ ਰਿਹਾ ਹੈ? ਕਿਉਂ ਪੰਜਾਬ ਦੇ ਸਿਰ ਚੜਿਆ ਹੋਇਆ, ਪੰਜਾਬ ਦੇ ਕਿਸਾਨਾਂ ਸਿਰ ਚੜਿਆ ਹੋਇਆ ਜਿਹੜਾ ਖੇਤੀ ਕਰਜ਼ਾ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਆ? ਕਿਉਂ ਪੰਜਾਬ ਦੀ ਅਗਲੀ ਪੀੜ੍ਹੀ ਜਿਹੜੀ ਆ ਉਹ ਖੇਤੀ ਤੋਂ ਬੇਜ਼ਾਰ ਹੋ ਰਹੀ ਆ ਤੇ ਆਮ ਲੋਕਾਂ ਦੇ ਵਿੱਚ ਇਹ ਗੱਲ ਘਰ ਕਰ ਰਹੀ ਹੈ ਕਿ ਖੇਤੀ ਦੇ ਵਿੱਚ ਹੁਣ ਕੁਝ ਨਹੀਂ ਬਚਿਆ ਹੋਇਆ? ਕਿਉਂ ਜਿਹੜਾ ਇੱਕ ਦਰਮਿਆਨਾ ਕਿਸਾਨੀ ਕਰਨ ਵਾਲਾ ਪਰਿਵਾਰ ਹੈ ਉਹ ਆਪਣੀਆਂ ਜ਼ਰੂਰਤਾਂ ਦੇ ਵਾਸਤੇ ਹੀ ਕਰਜ਼ੇ ਦੇ ਚੱਕਰ ਦੇ ਵਿੱਚ ਫਸ ਜਾਂਦਾ ਆ? ਤੇ ਕਿਉਂ ਪੰਜਾਬ ਦੇ ਲੋਕਾਂ ਦੀ ਸਿਹਤ ਜਿਹੜੀ ਹੈ, ਜੇਕਰ ਸਾਡੀ ਖੇਤੀਬਾੜੀ ਇੰਨੀ ਵਧੀਆ ਹੋ ਰਹੀ ਆ ਉਹਦੇ ਵਿੱਚ ਕਿਉਂ ਇਹ ਗੱਲ ਬਾਰ-ਬਾਰ ਆ ਰਹੀ ਹੈ ਕਿ ਸਾਡੀ ਖੁਰਾਕ ਕਰਕੇ ਸਾਡੀ ਸਿਹਤ ਦੇ ਵਿੱਚ ਕਮੀ ਆ ਰਹੀ ਹੈ? ਸੋ ਇਹ ਸਾਰੀਆਂ ਸਵਾਲਾਂ ਨੂੰ, ਇਹ ਸਾਰੇ ਮਸਲਿਆਂ ਨੂੰ ਜਦੋਂ ਤੁਸੀਂ ਗਹਿਰਾਈ ਦੇ ਨਾਲ ਦੇਖਦੇ ਹੋ, ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬੇਸ਼ੱਕ ਪੋਸਟਰ ਦੇ ਉੱਪਰ ਚੜ੍ਹਿਆ ਹੋਇਆ ਜਿਹੜਾ ਗਲੇਸ ਪੇਪਰ ਆ ਉਹ ਬਹੁਤ ਵਧੀਆ ਆ, ਪਰ ਉਹਦੇ ਪਿੱਛੇ ਦੀ ਜਿਹੜੀ ਤਸਵੀਰ ਆ ਉਹ ਬਹੁਤ ਜ਼ਿਆਦਾ ਖਰਾਬ ਹਾਲਤ ਦੇ ਵਿੱਚ ਪਹੁੰਚ ਚੁੱਕੀ ਹੈ। ਜੇ ਚਾਹੇ ਉਹ ਪੰਜਾਬ ਦੀ ਖੇਤੀਬਾੜੀ ਦੀ ਸਸਟੇਨੇਬਿਲਟੀ ਦਾ ਮਸਲਾ ਹੋਵੇ, ਭਾਵ ਕਿ ਉਹਦਾ ਜਿਹੜਾ ਮਾਡਲ ਆ, ਖੇਤੀਬਾੜੀ ਦਾ ਢਾਂਚਾ ਜਿਹੜਾ ਲਾਗੂ ਕੀਤਾ ਹੋਇਆ, ਉਹਦੀ ਸਸਟੇਨੇਬਿਲਟੀ ਦਾ ਮਸਲਾ ਹੋਵੇ, ਜਿਹਦੇ ਵਿੱਚੋਂ ਕਰਜ਼ੇ ਤੇ ਹੋਰ ਇਹ ਸਾਰੀਆਂ ਲਾਮਤਾਂ ਨਿਕਲ ਕੇ ਸਾਹਮਣੇ ਆ ਰਹੀਆਂ, ਚਾਹੇ ਉਹ ਸਾਡੀ ਖੇਤੀਬਾੜੀ ਦੇ ਭਵਿੱਖ ਦਾ ਮਸਲਾ ਹੋਵੇ, ਕਿਉਂਕਿ ਕੁਦਰਤੀ ਸਾਧਨ ਜਿਹਦੇ ਵਿੱਚ ਮਨੁੱਖੀ ਸਾਧਨ ਤੇ ਜ਼ਮੀਨੀ ਸਰੋਤ, ਵਾਤਾਵਰਨ ਅਤੇ ਪਾਣੀ ਦਾ ਸਰੋਤ, ਇਹ ਮੁੱਖ ਨੇ ਜਿਹੜੇ ਖੇਤੀ ਦੇ ਵਾਸਤੇ ਤੁਹਾਨੂੰ ਚਾਹੀਦੇ ਆ। ਸੋ ਕਿਉਂ, ਮਤਲਬ ਇਸ ਤੋਂ ਇਲਾਵਾ ਇੱਕ ਪੰਜਵਾਂ ਫੈਕਟਰ ਮੰਨ ਲਿਆ ਜਾਂਦਾ ਆ ਜਿਹੜਾ ਆਮ ਤੌਰ ਤੇ ਕਿਹਾ ਜਾਂਦਾ ਕਿ ਅਸ਼ੋਰਡ ਮਾਰਕੀਟਿੰਗ। ਅਸ਼ੋਰਡ ਮਾਰਕੀਟਿੰਗ ਵਾਲਾ ਮਸਲਾ ਤੁਸੀਂ ਮਾੜਾ ਜਿਹਾ ਪਾਸੇ ਰੱਖ ਕੇ ਦੇਖੋ, ਬਾਕੀ ਚਾਰੇ ਬੜੇ ਵੱਡੇ ਪੱਧਰ ਦੇ ਉੱਪਰ ਕ੍ਰਾਈਸਿਸ ਦੇ ਵਿੱਚ ਹੈਗੇ ਆ। ਹਾਲਾਂਕਿ ਜਿਹੜਾ ਪੰਜਵਾਂ ਵੀ ਹੈ ਅਸ਼ੋਰਡ ਮਾਰਕੀਟਿੰਗ ਦਾ ਵੀ, ਉਹ ਵੀ ਹਰ ਇੱਕ ਬੰਦੇ ਨੂੰ ਹੁਣ ਇਹ ਖਦਸ਼ਾ ਪੰਜਾਬ ਦੇ ਵਿੱਚ ਹੈਗਾ ਆ ਕਿ ਝੋਨੇ ਦੀ ਜਿਹੜੀ ਅਸ਼ੋਰਡ ਮਾਰਕੀਟਿੰਗ ਤੇ ਪੱਕੀ ਉਹਦੀ ਜਿਹੜੀ ਕੀਮਤ ਆ ਇਹ ਆਉਂਦੇ ਸਮੇਂ ਦੇ ਵਿੱਚ ਨਹੀਂ ਰਹਿਣੀ। ਇਸੇ ਕਰਕੇ ਲੋਕ ਕਿਸਾਨੀ ਅੰਦੋਲਨ ਦੇ ਵਿੱਚ ਇੰਨਾ ਵੱਡੇ ਉਭਾਰ ਹੋਣ ਦਾ ਵੀ ਇੱਕ ਵੱਡਾ ਕਾਰਨ ਸੀਗਾ। ਸੋ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਦੇ ਆ ਕਿ ਮਨੁੱਖੀ ਸਰੋਤ ਬਾਹਰ ਵੀ ਜਾ ਰਿਹਾ ਆ, ਸਿਹਤ ਪੱਖੋਂ ਵੀ ਉਹ ਮਤਲਬ ਕਮਜ਼ੋਰ ਹੋ ਰਿਹਾ, ਤੇ ਖੇਤੀ ਦੇ ਵਿੱਚ ਉਸ ਤਰ੍ਹਾਂ ਉਹਦੀ ਰੁਚੀ ਵੀ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਜਿਹੜੀ ਜ਼ਮੀਨ ਆ ਉਹਦੀ ਜਿਹੜੀ ਹੈਲਥ, ਮਤਲਬ ਸੋਇਲ ਹੈਲਥ ਰਿਪੋਰਟ ਆ ਪੰਜਾਬ ਦੀ, ਉਹ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਹੈਗੀ। ਤੇ ਈਵਨ ਜਿਹੜੀ ਪ੍ਰੋਡਕਸ਼ਨ ਆ ਇਸ ਮਾਡਲ ਦੇ ਤਹਿਤ ਉਹ ਵੀ ਸਿਖਰ ਦੇ ਉੱਪਰ ਆ, ਇਨਪੁਟ ਵੱਧਦੀ ਜਾ ਰਹੀ ਆ, ਪ੍ਰੋਡਕਸ਼ਨ ਜਿਹੜੀ ਆ ਉਹ ਆਪਣੀ ਪੀਕ ਨੂੰ ਛੂਹ ਚੁੱਕੀ ਹੈ। ਸੋ ਉਹ ਵੀ, ਤੇ ਜਿਹੜੇ ਖਾਸ ਤੌਰ ਦੇ ਉੱਪਰ ਜਿਹੜੀ ਸਭ ਤੋਂ ਵੱਧ ਗੰਭੀਰ ਚਿੰਤਾ ਦੀ ਗੱਲ ਆ ਉਹ ਹੈਗੀ ਆ ਜ਼ਮੀਨੀ ਪਾਣੀ ਦੇ ਸਰੋਤ ਦੀ, ਕਿ ਜਿਹੜਾ ਬਹੁਤ ਹੀ ਤੇਜ਼ੀ ਦੇ ਨਾਲ ਖਤਮ ਹੋ ਰਿਹਾ। ਔਰ 2017 ਦੇ ਸਰਕਾਰ ਦੇ ਆਪਣੇ ਅੰਕੜਿਆਂ ਨੂੰ ਜੇਕਰ ਤੁਸੀਂ ਡੂੰਘਾਈ ਨਾਲ ਖੰਗਾਲਦੇ ਹੋ, ਉਦੋਂ ਉਹ ਕਹਿ ਰਹੇ ਸੀਗੇ ਕਿ 22 ਸਾਲ ਦਾ ਸਮਾਂ ਪੰਜਾਬ ਦੇ ਕੋਲ ਹੈਗਾ, ਜਿਸ 'ਚੋਂ 5 ਸਾਲ ਲੰਘ ਚੁੱਕੇ ਆ। ਸੋ ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਸੀ ਕਿ ਇਹ ਪੰਜਾਬ ਦੀ, ਆਪਾਂ ਕਹਿ ਸਕਦੇ ਹਾਂ ਕਿ ਸਾਹ ਰਗ ਦੇ ਨਾਲ ਜੁੜਿਆ ਹੋਇਆ ਮਸਲਾ ਹੈਗਾ ਆ। ਇਸ ਕਰਕੇ ਇਹਦੇ ਉੱਪਰ ਕਾਫੀ ਕੁਛ ਕਰਨਯੋਗ ਹੈਗਾ, ਜਿਹੜਾ ਸਿਰਫ ਸਰਕਾਰੀ ਪੱਧਰ ਤੇ ਨਹੀਂ, ਆਪਾਂ ਕਹਿ ਸਕਦੇ ਹਾਂ ਕਿ ਸਮਾਜਿਕ ਪੱਧਰ ਦੇ ਉੱਪਰ ਕਰਨ ਦੀ ਲੋੜ ਹੈ, ਜਿਹਦੇ ਵਾਸਤੇ ਜਾਗਰੂਕਤਾ ਦੀ ਲੋੜ ਮਹਿਸੂਸ ਕੀਤੀ, ਜਿਹਦੇ ਤਹਿਤ ਇਹ ਮੁਹਿੰਮ ਤੇ ਕੇਂਦਰ ਵੱਲੋਂ ਉਦਮ ਕੀਤੇ ਜਾ ਰਹੇ ਹਨ। ਜੀ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਪੰਜਾਬ ਦੀ ਦਿਖਦੀ ਤਸਵੀਰ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਜੋ ਵਾਪਰ ਰਿਹਾ, ਉਹਨਾਂ ਦੋਨਾਂ ਦੇ ਵਿੱਚ ਵੱਡਾ ਅੰਤਰ ਹੈ। ਇਹ ਬਹੁਤ ਵੱਡਾ ਪੜਾ, ਇਹ ਆਪਾਂ ਬਾਅਦ 'ਚ ਜਾਣਾਂਗੇ ਕਿ ਪੰਜਾਬ ਦੇ ਲੋਕ ਉਸ ਨੂੰ ਲੈ ਕੇ ਚੇਤੰਨ ਕਿਉਂ ਨਹੀਂ ਹੈਗੇ। ਤੁਹਾਡੀ ਜਿਹੜੀ ਚੇਤਨਾ ਯਾਤਰਾ ਉਹਦੇ ਮੁੱਢਲੇ ਦੌਰ ਦੇ ਵਿੱਚ ਤੁਸੀਂ ਕਿਵੇਂ ਉਹ ਸ਼ੁਰੂਆਤ ਹੋਈ, ਤੇ ਤੁਸੀਂ ਕੀ ਜਿਹੜਾ ਹੁਣ ਤੱਕ ਉਹਦੇ ਵਿੱਚ ਮਹਿਸੂਸ ਕੀਤਾ, ਕੀ ਐਕਸਪੀਰੀਅੰਸ ਕੀਤਾ, ਉਹ ਸੰਗਤਾਂ ਨਾਲ ਸਾਂਝਾ ਜ਼ਰੂਰ ਕਰਿਓ।
ਜੀ, ਅਸੀਂ ਜਿਹੜੀ ਜਲ ਚੇਤਨਾ ਯਾਤਰਾ ਹੈ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ 7 ਜੂਨ ਨੂੰ ਸ਼ੁਰੂ ਕੀਤੀ ਸੀਗੀ ਤੇ ਇਹਦਾ ਪਹਿਲਾ ਪੜਾਅ ਜਿਹੜਾ ਆ ਉਹ ਅਸੀਂ ਰਸਮੀ ਤੌਰ ਦੇ ਉੱਪਰ ਜਿਹੜਾ ਆਪਣਾ ਕੁਦਰਤ ਸੰਭਾਲ ਦਿਹਾੜਾ ਹੁੰਦਾ ਯੂਨਾਈਟਿਡ ਨੇਸ਼ਨਸ ਦੇ ਵੱਲੋਂ 28 ਜੁਲਾਈ ਨੂੰ ਉਸ ਦਿਨ ਲੁਧਿਆਣੇ ਇੱਕ ਗੋਸ਼ਟ ਕਰਕੇ ਇਹਦਾ ਪਹਿਲਾ ਪੜਾਅ ਜਿਹੜਾ ਆ ਉਹ ਮੁਕੰਮਲ ਕੀਤਾ ਸੀਗਾ। ਇਹਦੇ ਦੌਰਾਨ ਅਸੀਂ 3-4 ਤਰ੍ਹਾਂ ਦੀਆਂ ਸ਼ਖਸੀਅਤਾਂ ਜਾਂ ਸੰਸਥਾਵਾਂ ਜਾਂ ਕਿਸਾਨਾਂ ਨੂੰ ਮਿਲੇ ਆ। ਇੱਕ ਤਾਂ ਉਦਮੀ ਕਿਸਾਨਾਂ ਨੂੰ ਮਿਲੇ ਆ ਜਿਹੜੇ ਮੌਜੂਦਾ ਜਿਹੜਾ ਅਨਸਸਟੇਨੇਬਲ ਐਗਰੀਕਲਚਰ ਮਾਡਲ ਹੈਗਾ ਆ, ਜਿਹੜਾ ਹੰਢਣਸਾਰ ਨਹੀਂ ਹੈ, ਹੁਣ ਸਭ ਨੂੰ ਪਤਾ ਆ ਕਿ ਬਹੁਤਾ ਸਮਾਂ ਹੁਣੇ ਟਿਕਿਆ ਨਹੀਂ ਰਹਿਣਾ, ਉਹਦੇ ਬਦਲ ਜਿਹੜੇ ਲੱਭ ਰਹੇ ਨੇ ਤੇ ਜਿਹੜੇ ਉਹਦੇ ਬਦਲਵੇਂ ਢੰਗ ਤਰੀਕੇ ਲੱਭ ਰਹੇ ਆ ਤੇ ਉਹਨਾਂ ਨੂੰ ਇੰਪਲੀਮੈਂਟ ਕਰ ਰਹੇ। ਇੱਕ ਤਾਂ ਅਸੀਂ ਉਹਨਾਂ ਨੂੰ ਮਿਲੇ ਉਦਮੀ ਕਿਸਾਨਾਂ ਨੂੰ, ਜਿਨ੍ਹਾਂ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਵੀ ਸ਼ਾਮਲ ਸੀਗੇ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੀਟਨਾਸ਼ਕ ਜਾਂ ਜ਼ਹਿਰ ਦਾ ਇਸਤੇਮਾਲ ਨਹੀਂ ਕਰਦੇ। ਉਸ ਤੋਂ ਇਲਾਵਾ ਖੇਤੀ ਦੇ ਬਦਲਵੇਂ ਢੰਗ ਅਪਣਾਉਣ ਵਾਲੇ, ਜਿਹਦੇ ਵਿੱਚ ਮੋਨੋਕਲਚਰ ਦੀ ਗੱਲ ਹੈ ਕਿ ਇੱਕ ਤੋਂ ਵੱਧ ਫਸਲਾਂ ਨੂੰ ਇੱਕੋ ਸਮੇਂ ਦੇ ਉੱਪਰ ਉਗਾਇਆ ਜਾਂਦਾ, ਜਿਹਦੇ ਨਾਲ ਸਰੋਤਾਂ ਦੀ ਆਪਟੀਮਮ ਯੂਟਿਲਾਈਜੇਸ਼ਨ ਜਾਂ ਜੁਡੀਸ਼ੀਅਸ ਮੈਨੇਜਮੈਂਟ ਉਹ ਕਹਿ ਲੈਂਦੇ ਆ ਕਿ ਇੱਕ ਤਰਕ ਸੰਗਤ ਜਾਂ ਨਿਆਂ ਸੰਗਤ ਵਰਤੋਂ ਜਿਹੜੀ ਆ ਉਹ ਹੁੰਦੀ ਹੈ। ਤੇ ਉਸ ਤੋਂ ਇਲਾਵਾ ਜਿਹੜੀਆਂ ਪਾਣੀ ਬਚਾਉਣ ਵਾਲੀਆਂ ਟੈਕਨੀਕਸ ਨੂੰ ਲਾਗੂ ਕਰਨ ਵਾਲੇ ਕਿਸਾਨ ਹੈਗੇ ਆ ਉਹਨਾਂ ਨੂੰ ਮਿਲੇ। ਉਹਨਾਂ ਤੋਂ ਇਲਾਵਾ ਵਾਤਾਵਰਨ ਪ੍ਰੇਮੀਆਂ ਨੂੰ ਮਿਲੇ, ਫਿਰ ਸਰਕਾਰੀ ਅਦਾਰਿਆਂ ਦੇ ਨੁਮਾਇੰਦਿਆਂ ਨੂੰ ਮਿਲੇ। ਉਸ ਤੋਂ ਇਲਾਵਾ ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਮਿਲੇ ਜਿਹੜੇ ਖੇਤੀਬਾੜੀ, ਵਾਤਾਵਰਨ ਤੇ ਜ਼ਮੀਨੀ ਪਾਣੀ ਦੇ ਸੰਬੰਧ ਦੇ ਵਿੱਚ ਉੱਦਮ ਕਰ ਰਹੇ ਨੇ। ਤੇ ਉਹਦੇ ਵਿੱਚ ਜੇ ਮੁੱਖ ਰੂਪ 'ਚ ਆਪਾਂ ਤਜਰਬੇ ਦੀ ਗੱਲ ਕਰਨੀ ਹੋਵੇ, ਉਹ ਸਾਡਾ ਇਹੀ ਰਿਹਾ ਕਿ ਆਪਣੇ ਤੌਰ ਦੇ ਉੱਪਰ ਹਰ ਇੱਕ ਵਿਅਕਤੀ ਹੀ ਤਕਰੀਬਨ ਇਹ ਗੱਲ ਮਹਿਸੂਸ ਕਰ ਰਿਹਾ ਆ ਕਿ ਇਹ ਪੰਜਾਬ ਦਾ ਜਿਹੜੀ ਖੇਤੀਬਾੜੀ, ਵਾਤਾਵਰਨ ਤੇ ਜ਼ਮੀਨਦੋਜ਼ ਪਾਣੀ ਹੈ, ਇਹ ਤਿੰਨੇ ਸੰਕਟ ਦੇ ਵਿੱਚ ਨੇ ਤੇ ਇਹਦਾ ਹੱਲ ਕੀਤਾ ਜਾਣਾ ਚਾਹੀਦਾ। ਤੇ ਬਹੁਤ ਸਾਰੇ ਹੈਗੇ ਨੇ ਜਿਨ੍ਹਾਂ ਨੇ ਆਪਣੇ ਤੌਰ ਦੇ ਉੱਪਰ ਉੱਦਮ ਕਰਨੇ ਸ਼ੁਰੂ ਕੀਤੇ ਵੀ ਹੋਏ ਨੇ। ਗਾਈ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਵੀ ਜਿਹੜੇ ਸੱਜਣਾਂ ਨੂੰ ਤੁਸੀਂ ਮਿਲੇ, ਮਾਹਰਾਂ ਨੂੰ ਮਿਲੇ, ਉਹ ਮੈਨੂੰ ਲੱਗਦਾ ਪਹਿਲਾਂ ਹੀ ਇਸ ਗੱਲੋਂ ਚੇਤੰਨ ਹੋਣਗੇ ਵੀ ਕਿ ਸਾਨੂੰ ਕਿਹੜੇ ਰਾਹ ਅਖਤਿਆਰ ਕਰਨੇ ਚਾਹੀਦੇ ਨੇ ਖੇਤੀ ਨੂੰ ਲੈ ਕੇ। ਕਿ ਉਹਨਾਂ ਕਿਸਾਨਾਂ ਦੇ ਤੱਕ ਵੀ ਤੁਹਾਡੀ ਪਹੁੰਚ ਰਹੀ ਜਿਹੜੇ ਚੇਤੰਨ ਨਹੀਂ ਹੈਗੇ ਇਸ ਨੂੰ ਲੈ ਕੇ ਵੀ ਖੇਤੀ ਸਾਡੇ ਜਿਹੜੀ ਅਸੀਂ ਕਰ ਰਹੇ ਹਾਂ ਉਹ ਸਾਡੇ ਲਈ ਮਾਰੂ ਹੈ, ਜਾਂ ਸਾਨੂੰ ਕਿਹੜਾ ਰਾਹ ਆਪਣਾ ਅਖਤਿਆਰ ਕਰਨਾ ਚਾਹੀਦਾ? ਦੇਖੋ, ਇਹਦੇ ਵਿੱਚ ਜੇਕਰ ਆਪਾਂ ਇਹ ਦੇਖੀਏ ਕਿ ਅਸੀਂ ਕੀ ਢੰਗ ਤਰੀਕਾ ਅਪਣਾਇਆ ਤੇ ਕੀ ਨੁਕਤਾ ਲੈ ਕੇ ਚੱਲੇ ਸੀਗੇ, ਫਿਰ ਇਸ ਗੱਲ ਨੂੰ ਸੌਖੇ ਤੌਰ ਦੇ ਉੱਪਰ ਸਮਝਿਆ ਜਾ ਸਕਦਾ। ਇਹ ਗੱਲ ਤੁਸੀਂ ਨੁਕਤਾ ਬਿਲਕੁਲ ਸਹੀ ਫੜਿਆ ਕਿ ਜਿਨ੍ਹਾਂ ਨੂੰ ਅਸੀਂ ਮਿਲੇ ਆ ਉਹ ਸਿਰਫ ਚੇਤਨ ਹੀ ਨਹੀਂ ਗਏ, ਉਹ ਤਾਂ ਉਹਦੇ ਹੱਲ ਨੂੰ ਇੰਪਲੀਮੈਂਟ ਕਰਨ ਦੇ ਲਈ ਯਤਨ ਵੀ ਕਰ ਰਹੇ ਨੇ। ਸੋ ਬੁਨਿਆਦੀ ਗੱਲ ਇਹ ਹੈ ਕਿ ਆਮ ਵਿਅਕਤੀ ਨੂੰ ਜਦੋਂ ਤੁਸੀਂ ਚੇਤਨ ਕਰਨਾ ਹੁੰਦਾ ਤਾਂ ਤੁਸੀਂ ਉਹਨੂੰ ਸਿਰਫ ਸਮੱਸਿਆਵਾਂ ਤੋਂ ਜਾਣੂ ਕਰਾ ਕੇ ਚੇਤਨ ਨਹੀਂ ਕਰ ਸਕਦੇ। ਉਹ ਕਹਿੰਦਾ ਕਿ ਠੀਕ ਆ, ਮੈਂ ਮੰਨ ਲਈ ਇਹ ਦਿੱਕਤ ਹੈਗੀ ਆ, ਹੱਲ ਕੀ ਆ। ਸੋ ਹੱਲ ਨੂੰ ਜਦੋਂ ਤੁਸੀਂ ਪੰਜਾਬ ਦੇ ਵਿੱਚ ਅਸੀਂ ਦੇਖਿਆ ਬਹੁਤ ਵੱਡੇ ਪੱਧਰ ਦੇ ਉੱਪਰ ਲੋਕ ਆਪਣੇ ਤੌਰ ਦੇ ਉੱਪਰ ਕਰ ਰਹੇ ਨੇ। ਸੋ ਸਾਡਾ ਇਹ ਸੀਗਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਆ, ਜਿਹਦੇ ਵਿੱਚ ਗੱਲ ਜਿਹੜੀ ਆ ਉਹਦੀ ਰਸਾਈ ਕਾਫੀ ਤੇਜ਼ੀ ਦੇ ਨਾਲ ਹੋ ਜਾਂਦੀ ਹੈ। ਖਾਸ ਕਰਕੇ ਜਿਹੜੀ ਸਮੱਸਿਆ ਦੇ ਬਾਰੇ ਦੇ ਵਿੱਚ ਲੋਕ ਚੇਤਨ ਹੋਣ, ਉਹਦੇ ਹੱਲਾਂ ਪ੍ਰਤੀ ਤੁਸੀਂ ਜਾਗਰੂਕ ਕਰ ਸਕਦੇ ਆ। ਸੋ ਅਸੀਂ ਇਹਦੇ ਵਿੱਚ ਜਿਹੜਾ ਤਰੀਕਾ ਅਪਣਾਇਆ ਸੀ ਇਹੀ ਸੀ ਕਿ ਜਿਹੜੀਆਂ ਵੀ ਸ਼ਖਸੀਅਤਾਂ ਨੂੰ ਮਿਲਦੇ ਸੀ ਉਹਨਾਂ ਨਾਲ ਜਿੰਨੀ ਵੀ ਗੱਲਬਾਤ ਹੁੰਦੀ ਸੀ ਉਹ ਭਰ ਕੇ ਆਪਣੇ ਸੋਸ਼ਲ ਮੀਡੀਆ, ਫੇਸਬੁੱਕ, ਯੂਟਿਊਬ ਜਾਂ ਐਗਰੀਕਲਚਰ ਐਂਡ ਐਨਵਾਇਰਨਮੈਂਟ ਅਵੇਅਰਨੈਸ ਸੈਂਟਰ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਪਰ ਨਸ਼ਰ ਕਰਦੇ ਸੀਗੇ। ਉਹ ਜੇਕਰ ਤੁਸੀਂ ਫੇਸਬੁੱਕ ਪੇਜ ਦਾ ਹੀ ਤਕਰੀਬਨ ਸਾਰੇ ਜਿਹੜੇ ਅੰਕੜੇ ਆ ਅਸੀਂ ਦੇਖੇ ਨੇ ਕਿ ਤਕਰੀਬਨ 1 ਮਿਲੀਅਨ ਦੇ ਕਰੀਬ ਉਹਦੀ ਜਿਹੜੀ ਰੀਚ ਆ ਉਹ ਗਈ ਹੈ। ਉਹਦੇ ਉੱਪਰ ਸਾਨੂੰ ਫੀਡਬੈਕ ਆਈ ਜਾਂ ਲੋਕਾਂ ਨੇ ਆਪਣੀਆਂ ਰਾਵਾਂ ਦਿੱਤੀਆਂ। ਫਿਰ ਕਾਫੀ ਸਾਰੇ ਵਿਅਕਤੀਆਂ ਨੇ ਸਾਨੂੰ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਆਪਣੇ ਆਪਣੇ ਤੌਰ ਦੇ ਉੱਪਰ ਯਤਨ ਵੀ ਕਰ ਰਹੇ ਸੀਗੇ ਔਰ ਜਿਹੜੇ ਉਹਨਾਂ ਨੂੰ ਦੇਖ ਕੇ ਉਤਸ਼ਾਹਿਤ ਵੀ ਹੋਏ। ਜਿਸ ਤਰ੍ਹਾਂ ਮੈਂ ਇੱਕ ਛੋਟੀ ਜਿਹੀ ਮਿਸਾਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਬਾਬਾ ਸੇਵਾ ਸਿੰਘ ਹੁਣੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੂੰ ਮਿਲੇ ਤੇ ਉਹਨਾਂ ਨੇ ਇਹ ਗੱਲ ਦੱਸੀ ਕਿ ਉਹਨਾਂ ਦੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਦੇ ਵਿੱਚ ਪੰਜਾਬ ਦੇ ਵਿੱਚ ਝਿੜੀਆਂ ਲਗਾਈਆਂ ਜਾ ਰਹੀਆਂ। ਸਾਡਾ ਵੀ, ਅਸੀਂ ਜਿਹੜਾ ਮੁੱਢਲਾ ਦਸਤਾਵੇਜ਼ ਜਾਰੀ ਕੀਤਾ ਸੀਗਾ ਇਸ ਮੁਹਿੰਮ ਤੋਂ ਪਹਿਲਾਂ, ਉਹਦੇ ਵਿੱਚ ਸਾਡਾ ਵੀ ਇਹ ਵਿਚਾਰ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਜ਼ਮੀਨ ਦੇ ਉੱਪਰ ਸੜਕਾਂ ਜਾਂ ਇਮਾਰਤਾਂ ਨਹੀਂ ਹੈਗੀਆਂ ਉਹ ਸਾਰੀ ਜ਼ਮੀਨ ਹੀ ਖੇਤੀ ਦੇ ਹੇਠ ਹੈ। ਸੋ ਕਿਸੇ ਵੀ ਇਲਾਕੇ ਦੀ ਇੰਨੀ ਜ਼ਿਆਦਾ ਜ਼ਮੀਨ ਖੇਤੀ ਹੇਠ ਹੋਣੀ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਸਮੱਸਿਆ। ਫਿਰ ਉਹ ਇੰਟੈਂਸ ਐਗਰੀਕਲਚਰ ਦੇ ਤਹਿਤ ਹੈ। ਇੱਥੇ ਜਿਹੜੀ ਐਗਰੀਕਲਚਰ ਦੀ ਇੰਟੈਂਸਿਟੀ ਆ ਉਹ 250% ਹੈ। ਦੁਨੀਆ ਦੇ ਵਿੱਚ ਇੱਕ ਖੇਤ ਦੇ ਵਿੱਚ ਤੁਸੀਂ ਇੱਕ ਸਾਲ 'ਚ ਇੱਕ ਫਸਲ ਲੈ ਲਓ, ਉਹਨੂੰ 100% ਦੀ ਇੰਟੈਂਸਿਟੀ ਮੰਨਿਆ ਜਾਂਦਾ। ਅਸੀਂ 2 ਫਸਲਾਂ ਤਾਂ ਲੈ ਰਹੇ, 2 ਤੋਂ ਵੱਧ ਲੈ ਰਹੇ, ਜਿਹਦੇ ਕਰਕੇ ਉਹ 2.5% ਦੇ ਕਰੀਬ ਹੈਗੀ ਆ। ਸੋ ਸੀਗਾ ਕਿ ਕੁਝ ਇੱਕ ਰਕਬਾ ਜਿਹੜਾ ਆ ਉਹਨੂੰ ਰੁੱਖਾਂ ਦੇ ਹੇਠ ਲਿਆਂਦਾ ਜਾਵੇ। ਤੇ ਬਾਬਾ ਸੇਵਾ ਸਿੰਘ ਹੋਣਾ ਨੇ ਦੱਸਿਆ ਕਿ ਉਹ ਝਿੜੀਆਂ ਲਗਾ ਰਹੇ ਨੇ।
ਉਹਦੇ ਤਹਿਤ ਉਹਨਾਂ ਨਾਲ ਗੱਲਬਾਤ ਅਸੀਂ ਸਾਂਝੀ ਕੀਤੀ। ਇੱਕ ਝਿੜੀ ਉਹਨਾਂ ਨੇ ਲਗਵਾਈ ਵੀ ਹੋਈ ਸੀਗੀ ਭੱਟੀ ਕੇ ਪਿੰਡ ਦੇ ਵਿੱਚ, ਬਟਾਲੇ ਤਹਿਸੀਲ 'ਚ। ਅਸੀਂ ਉਹ ਝਿੜੀ ਜਾ ਕੇ ਦੇਖੀ, ਉਹ 'ਚ 50 ਤਰ੍ਹਾਂ ਦੇ ਤਕਰੀਬਨ 950 ਰੁੱਖ ਲੱਗੇ ਹੋਏ ਸੀ ਇੱਕ ਕਨਾਲ ਦੇ ਵਿੱਚ। ਉਸ ਤੋਂ ਬਾਅਦ ਮਤਲਬ 6-7 ਬੰਦਿਆਂ ਨੂੰ ਤਾਂ ਮੈਂ ਪਰਸਨਲੀ ਜਾਣਦਾਂਗੇ ਜਿਨ੍ਹਾਂ ਨੇ ਸੰਪਰਕ ਕਰਕੇ ਝਿੜੀਆਂ ਲਵਾਈਆਂ, ਜਿਨ੍ਹਾਂ ਨੇ ਲਵਾਉਣ ਵੇਲੇ ਵੀ ਸਾਨੂੰ ਤਸਵੀਰਾਂ ਭੇਜੀਆਂ ਜਾਂ ਦੱਸਿਆ। ਉਸ ਤੋਂ ਇਲਾਵਾ ਕਈ ਹੋਰ ਵਿਅਕਤੀ ਦਰਜਨਾਂ ਦੇ ਕਰੀਬ ਸੀਗੇ ਜਿਨ੍ਹਾਂ ਨੇ ਸਾਨੂੰ ਸੰਪਰਕ ਕੀਤਾ ਤੇ ਉਹਨਾਂ ਦਾ ਅਸੀਂ ਉਸ ਸੰਸਥਾ ਦੇ ਨਾਲ ਸੰਪਰਕ ਕਰਵਾਇਆ ਕਿ ਤੁਸੀਂ ਇਹਨਾਂ ਦੇ ਕੋਲੋਂ ਜਿਹੜੀ ਝਿੜੀ ਆ ਉਹ ਆਪਣੇ ਖੇਤ ਦੇ ਵਿੱਚ ਲਵਾ ਸਕਦੇ ਹੋ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਲੋਕੀ ਜਿਹੜੀ ਸਹੀ ਗੱਲ ਆ ਉਹਨੂੰ ਮੰਨਣ ਦੇ ਲਈ ਤਿਆਰ ਹੈਗੇ ਆ ਤੇ ਇੰਪਲੀਮੈਂਟ ਕਰਨ ਦੇ ਲਈ ਵੀ ਤਿਆਰ ਹੈਗੇ ਆ। ਬਾਕੀ ਇੱਕ ਸ਼ੁਰੂਆਤੀ ਕਦਮ ਸੀਗਾ, ਆਪਾਂ ਕਹਿ ਸਕਦੇ ਹਾਂ ਕਿ ਅਜੇ ਕਾਫੀ ਲੰਬਾ ਪੈਂਡ ਆ ਇਹਦੇ ਵਿੱਚ ਜਿਹੜਾ ਆ ਉਹ ਸਾਂਝੇ ਤੌਰ ਤੇ ਤੈਅ ਕਰਨਾ ਬਾਕੀ ਹੈ। ਸ਼ੁਰੂਆਤ 'ਚ ਆਪਾਂ ਗੱਲ ਦੇਖੀ ਸੀਗੀ ਕਿ ਪੰਜਾਬ ਦੀ ਧਰਤੀ ਦੀ ਜਿਹੜੀ ਦਿਖਦੀ ਤਸਵੀਰ ਹੈ ਤੇ ਜਿਹੜੀ ਵਾਪਰਦੀ ਹਾਲਾਤ ਨੇ ਉਹਨਾਂ 'ਚ ਬਹੁਤ ਫਰਕ ਹੈ। ਤੁਸੀਂ ਹਜੇ ਜਿਹੜੇ ਆਮ ਕਿਸਾਨ ਤੱਕ ਉਵੇਂ ਪਹੁੰਚ ਨਹੀਂ ਕੀਤੀ, ਬੇਸ਼ੱਕ ਤੁਹਾਡਾ ਕੋਈ ਨਿੱਜੀ ਸੰਪਰਕ ਜਿਹੜੇ ਜ਼ਰੂਰ ਹੋਣਗੇ, ਪਰ ਆਮ ਕਿਸਾਨ ਤੱਕ ਪਹੁੰਚੇ ਬਿਨਾਂ ਕੀ ਇਹ ਦੇਖਿਆ ਜਾ ਸਕਦਾ ਵੀ ਤਾਣੀ ਉਲਝੀ ਕਿੱਥੇ ਹੋਈ ਹੈ, ਇੰਨਾ ਗੈਪ ਕਿੱਥੇ ਹੈ ਕਿ ਉਹਨਾਂ ਨੂੰ ਆਪਣੇ ਮਾਰੂ ਜਿਹੜੇ ਉਹਨਾਂ ਦੇ ਅਸਰ ਪੈ ਰਹੇ ਨੇ ਉਹਨਾਂ ਦਾ ਹੀ ਪਤਾ ਨਹੀਂ ਹੈਗਾ? ਨਹੀਂ, ਇਹਦੇ ਵਿੱਚ ਇੱਕ ਗੱਲ ਤਾਂ ਇਹ ਹੈਗੀ ਆ ਕਿ ਸਮੱਸਿਆ ਨੂੰ ਸਮਝਣਾ ਜਿਹੜਾ ਆ ਉਹ ਮੁਸ਼ਕਲ ਨਹੀਂ ਹੈਗਾ। ਆਪਾਂ ਤਕਰੀਬਨ ਸਾਰੇ ਹੀ ਪੰਜਾਬ ਦੇ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਉਸ ਸੰਬੰਧ ਦੇ ਵਿੱਚ ਜ਼ਮੀਨੀ ਸਰਵੇ ਜਾਂ ਹੋਰ ਸਾਰਾ ਕੁਝ, ਜਾਂ ਸਮਾਜ ਦੇ ਵਿੱਚ ਵਿਚਰਦੇ ਆ, ਆਪਣੇ ਪਿੰਡਾਂ ਦੇ ਵਿੱਚ ਜਾਂਦੇ ਆ ਜਾਂ ਘਰਾਂ ਦੇ ਵਿੱਚ ਖੇਤੀਬਾੜੀ ਦੇ ਪਰਿਵਾਰਾਂ ਨਾਲ ਸੰਬੰਧਿਤ ਹੈਗੇ ਆ ਤੇ ਆਪਾਂ ਨੂੰ ਪਤਾ ਲੱਗਦਾ ਆ ਕਿ ਸਮੱਸਿਆਵਾਂ ਕਿੱਥੇ ਹੈਗੀਆਂ ਨੇ। ਜਿਹੜੀਆਂ ਮਾਡਲ ਦੀਆਂ ਸਮੱਸਿਆਵਾਂ ਆ, ਆਮ ਵਿਅਕਤੀ ਨੇ ਆਪਣਾ ਤਜਰਬਾ ਜਿਹੜਾ ਸਾਂਝਾ ਕਰਨਾ ਹੁੰਦਾ ਉਹ ਪਹੁੰਚਦਾ ਰਹਿੰਦਾ ਆ ਤੁਹਾਡੇ ਤੱਕ। ਮਸਲਾ ਇਹ ਹੈਗਾ ਕਿ ਜਿਹੜੀਆਂ ਢਾਂਚਾਗਤ ਸਮੱਸਿਆਵਾਂ ਨੇ ਉਹਨਾਂ ਦੀ ਸ਼ਨਾਖਤ ਤੁਸੀਂ ਕਿਸ ਤਰੀਕੇ ਦੇ ਨਾਲ ਕਰਦੇ ਹੋ ਜਾਂ ਉਹਨਾਂ ਦਾ ਹੱਲ ਕਿਸ ਤਰੀਕੇ ਦੇ ਨਾਲ ਕਰਦੇ ਹੋ। ਹੁਣ ਗੁਰਪ੍ਰਤਾਪ ਸਿੰਘ ਜੀ, ਸੱਚੀ ਗੱਲ ਤਾਂ ਇਹ ਹੈਗੀ ਆ ਕਿ ਜਿਹੜੀਆਂ ਢਾਂਚਾਗਤ ਤਬਦੀਲੀਆਂ ਕਰਨੀਆਂ ਹੁੰਦੀਆਂ ਨੇ ਉਹ ਸਰਕਾਰੀ ਜਾਂ ਅਦਾਰਿਆਂ ਦੇ ਪੱਧਰ ਦੇ ਉੱਪਰ ਹੋਣੀਆਂ ਹੁੰਦੀਆਂ, ਜ਼ਿਆਦਾਤਰ ਸਰਕਾਰੀ ਨੀਤੀ ਦੇ ਪੱਧਰ ਦੇ ਉੱਪਰ ਹੋਣੀਆਂ ਹੁੰਦੀਆਂ। ਸੋ ਉਹਦੇ ਵਿੱਚ ਅਸੀਂ ਨੀਤੀਆਂ ਦੀ ਜਿਹੜੀ ਪੜਚੋਲ ਹੈ, ਚਾਹੇ ਉਹ ਪੰਜਾਬ ਦੀ ਐਗਰੀਕਲਚਰ ਪਾਲਿਸੀ ਹੈ, ਚਾਹੇ ਫਾਰਮਰਸ ਪਾਲਿਸੀ ਹੈ, ਉਹ ਦੋਵੇਂ ਹੀ ਸਟੱਡੀ ਕੀਤੀਆਂ। ਉਹਦੇ ਵਿੱਚ ਵੀ ਜਿਹੜੀ ਸਮੱਸਿਆਵਾਂ ਦੀ ਸ਼ਨਾਖਤ ਹੈ ਉਹ ਲਗਭਗ ਠੀਕ ਕੀਤੀ ਗਈ ਹੈ। 2015 ਦੀ ਤੁਸੀਂ ਪੰਜਾਬ ਸਟੇਟ ਐਗਰੀਕਲਚਰ ਪਾਲਿਸੀ ਚੁੱਕ ਕੇ ਦੇਖ ਲਓ, ਉਹਦੇ 'ਚ ਸਮੱਸਿਆਵਾਂ ਦੀ ਸ਼ਨਾਖਤ ਸਹੀ ਕੀਤੀ ਹੋਈ ਹੈ। ਉਹਦੇ ਵਿੱਚ ਹੱਲ ਦੀ ਸ਼ਨਾਖਤ ਵੀ ਤਕਰੀਬਨ ਸਹੀ ਕੀਤੀ ਹੋਈ ਹੈ ਕਿ ਜੇਕਰ ਪੰਜਾਬ ਦੇ ਵਿੱਚ ਤੁਸੀਂ ਫਲਾਂ ਦੀ ਖੇਤੀ ਦੇ ਉੱਪਰ, ਭਾਵ ਕਿ ਬਾਗਬਾਨੀ ਦੇ ਹੇਠ ਰਕਬਾ ਲੈ ਕੇ ਜਾਣਾ ਆ, ਕਿਉਂਕਿ ਬਾਗ ਦੇ ਵਿੱਚ ਪਾਣੀ ਦੀ ਜਿਹੜੀ ਖਪਤ ਆ ਉਹ ਝੋਨੇ ਨਾਲੋਂ ਘੱਟ ਹੁੰਦੀ ਹੈ, ਤਾਂ ਤੁਹਾਡੇ ਸਾਹਮਣੇ ਦਿੱਕਤ ਜਿਹੜੀ ਆ ਉਹ ਮਾਰਕੀਟਿੰਗ ਦੀ ਆਉਂਦੀ ਆ। ਉਹਦੇ ਵਿੱਚੋਂ ਤੁਹਾਨੂੰ ਇਹ ਲੱਗਦਾ ਆ ਕਿ ਟ੍ਰੇਡ ਦੀ ਵੱਡੀ ਸਮੱਸਿਆ ਹੈਗੀ ਆ, ਤਾਂ ਉਹਦੇ 'ਚ ਨੁਕਤਾ ਹੈਗਾ ਆ ਕਿ ਜਿਹੜੀ ਪੱਛਮੀ ਸਰਹੱਦ ਆ ਪੰਜਾਬ ਦੀ, ਵੀ ਉਹਦੇ ਰਾਹੀਂ ਵਪਾਰ ਕਰਨ ਦੀ ਜਿਹੜੀ ਆ ਉਹ ਖੁੱਲ੍ਹ ਪੰਜਾਬ ਨੂੰ ਦਿੱਤੀ ਜਾਵੇ, ਕਿਉਂਕਿ ਸਾਰਾ ਜਿਹੜਾ ਅਰਬ ਵਰਲਡ ਆ ਜਾਂ ਸੈਂਟਰਲ ਏਸ਼ੀਆ ਆ ਉਹ ਸਾਰਾ ਹੀ ਫਲਾਂ ਨੂੰ ਇੰਪੋਰਟ ਕਰਨ ਵਾਲਾ ਹੈ ਤੇ ਸਾਡੇ ਕੋਲ ਉਹ ਚੀਜ਼ ਹੈਗੀ ਆ ਦੇਣ ਦੇ ਵਾਸਤੇ, ਤੇ ਜ਼ਮੀਨ ਦੇ ਰਾਹੀਂ ਬੜੀ ਸੌਖੀ ਪੱਧਰ ਦੇ ਉੱਪਰ ਰਸਾਈ ਹੋ ਸਕਦੀ ਹੈ। ਤਕਰੀਬਨ ਜਿੰਨਾ ਇੱਥੋਂ ਕਲਕੱਤੇ ਦੇ ਪੋਰਟ ਰਾਹੀਂ ਜੇ ਸਾਡਾ ਫਲ ਬਾਹਰ ਜਾਣਾ ਆ, ਜਿੰਨਾ ਟਰੱਕ ਦਾ ਚੱਕਾ ਕਲਕੱਤੇ ਵੱਲ ਨੂੰ ਗਿਣਨਾ ਆ, ਓਨਾ ਜੇ ਤੁਸੀਂ ਪਾਕਿਸਤਾਨ ਦੇ ਵਿੱਚ ਦੀ ਉਹ ਚੱਕਾ ਗੇੜੋ ਤਾਂ ਈਰਾਨ ਦਾ ਪਹਿਲਾ ਸ਼ਹਿਰ ਓਨੇ ਡਿਸਟੈਂਸ ਦੇ ਉੱਪਰ ਤੁਹਾਨੂੰ ਮਿਲ ਜਾਂਦਾ ਆ। ਠੀਕ, ਸੋ ਇਹ ਪੰਜਾਬ ਦੀ ਐਗਰੀਕਲਚਰ ਪਾਲਿਸੀ ਦੇ ਵਿੱਚ ਵੀ ਇਹ ਨੁਕਤਾ ਹੈਗਾ। ਸੋ ਉੱਥੇ ਆ ਕੇ ਆਪਾਂ ਦੇਖਦੇ ਕਿ ਦਿੱਕਤ ਇਹ ਆ ਕਿ ਜਿੱਥੇ ਸਮੱਸਿਆਵਾਂ ਦੀ ਸ਼ਨਾਖਤ ਹੋ ਗਈ, ਹੱਲ ਦੀ ਸ਼ਨਾਖਤ ਹੋ ਗਈ, ਉੱਥੇ ਇੰਪਲੀਮੈਂਟੇਸ਼ਨ ਦਾ ਮਸਲਾ ਜਿਹੜਾ ਆ ਉਹ ਆ ਕੇ ਖੜ ਜਾਂਦਾ ਆ। ਸੋ ਉਹਦੇ ਵਾਸਤੇ ਵੀ ਮਤਲਬ ਲਗਾਤਾਰ ਉਹਨਾਂ ਚੀਜ਼ਾਂ ਨੂੰ ਚੇਜ਼ ਕਰਨਾ ਜਾਂ ਦੇਖਣਾ, ਇਸ ਪਾਸੇ ਨੂੰ ਸਾਡਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਉਦਮ ਜਿਹੜੇ ਉਹ ਕੀਤੇ ਜਾਣ, ਕਿਉਂਕਿ ਜਲ ਚੇਤਨਾ ਯਾਤਰਾ ਦਾ ਜਿਹੜਾ ਸੀ ਉਹ ਸਾਡਾ ਬਹੁਤਾ ਜ਼ਮੀਨੀ ਪਾਣੀ ਦੇ ਸੰਬੰਧ ਦੇ ਵਿੱਚ ਸੀਗਾ ਤੇ ਉਹਦੇ ਵਿੱਚੋਂ ਮੁੱਖ ਰੂਪ ਦੇ ਵਿੱਚ ਇਹ ਸੀਗਾ ਕਿ ਜਿਹੜਾ ਪ੍ਰਵਾਸੀ ਭਾਈਚਾਰਾ ਆ ਉਹ ਆਪਣੀ ਜ਼ਮੀਨ ਦਾ ਠੇਕਾ ਇਸ ਸ਼ਰਤ ਦੇ ਉੱਪਰ ਘਟਾਵੇ ਕਿ ਪੰਜਾਬ ਦੇ ਵਿੱਚੋਂ ਝੋਨੇ ਹੇਠੋਂ ਰਕਬਾ ਘਟੇ। ਸੋ ਉਹਦੇ ਵਿੱਚ ਸਾਨੂੰ ਹੁੰਗਾਰਾ ਵੀ ਮਿਲਿਆ ਤੇ ਅਸੀਂ ਦੇਖਿਆ ਕਿ ਆਪਣੇ ਤੌਰ ਦੇ ਉੱਪਰ ਵੀ, ਐਵੇਂ ਆਪਾਂ ਕਹੀਏ ਕਿ ਸਾਡੇ ਜਾਣ ਕਰਕੇ ਕੋਈ ਗੱਲ ਹੋਈ ਆ, ਬਹੁਤ ਸਾਰੇ ਲੋਕ ਸੀਗੇ ਜਿਹੜੇ ਆਪਣੇ ਤੌਰ ਦੇ ਉੱਪਰ ਵੀ ਇਹ ਗੱਲ ਸੋਚ ਰਹੇ ਸੀਗੇ, ਜਾਂ ਕਈ ਲੋਕਾਂ ਨੇ ਤਾਂ ਈਵਨ ਪਿਛਲੇ 2-3 ਸਾਲ ਤੋਂ ਇਸ ਗੱਲ ਨੂੰ ਅਮਲੀ ਤੌਰ ਦੇ ਉੱਪਰ ਲਾਗੂ ਵੀ ਕੀਤਾ ਹੋਇਆ ਸੀਗਾ। ਤੇ ਜੇ ਸਰਕਾਰ ਵੱਲੋਂ ਜੋ ਹਾਲੀਆ ਅੰਕੜੇ ਪੰਜਾਬ ਖੇਤੀਬਾੜੀ ਮਹਿਕਮੇ ਦੇ ਵੱਲੋਂ ਜਾਰੀ ਹੋਏ ਆ, ਉਹਨਾਂ ਨੂੰ ਜੇ ਮੰਨਿਆ ਜਾਵੇ, ਉਹਨਾਂ ਦੇ ਉੱਪਰ ਯਕੀਨ ਕੀਤਾ ਜਾਵੇ, ਤੇ ਬੜੇ ਉਤਸ਼ਾਹ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚੋਂ ਝੋਨੇ ਹੇਠ ਰਕਬਾ ਜਿਹੜਾ ਪਿਛਲੇ ਸਾਲਾਂ ਦੌਰਾਨ ਲਗਾਤਾਰ ਵੱਧ ਰਿਹਾ ਸੀਗਾ, 2015 ਤੋਂ 20 ਤੱਕ ਵੀ ਲਗਾਤਾਰ ਵੱਧਦਾ ਰਿਹਾ ਆ, ਉਹ ਪਹਿਲੀ ਵਾਰ 83,000 ਹੈਕਟੇਅਰ ਜਾਂ 2,05,000 ਏਕੜ ਪੰਜਾਬ ਦੇ ਵਿੱਚੋਂ ਝੋਨੇ ਹੇਠੋਂ ਰਕਬਾ ਘਟਿਆ ਆ। ਇਹਦਾ ਕਾਰਨ ਜ਼ਰੂਰ ਦੱਸਿਓ ਵੀ ਕਿਸ ਕਾਰਨ ਕਰਕੇ ਘਟਿਆ।
ਦੇਖੋ, ਇੱਕ ਤਾਂ ਇਹ ਹੈ ਕਿ ਸਰਕਾਰੀ ਡਿਪਾਰਟਮੈਂਟ ਵੀ ਆਪਣੇ ਤੌਰ ਦੇ ਉੱਪਰ ਯਤਨ ਕਰ ਰਹੇ ਸੀਗੇ। ਕੁਝ ਮੈਂ ਇਹ ਵੀ ਗੱਲ ਮੰਨਦਾ ਹਾਂ ਕਿ ਲੋਕ ਵੀ ਆਪਣੇ ਤੌਰ ਦੇ ਉੱਪਰ ਸੋਚ ਰਹੇ ਸੀਗੇ। ਠੀਕ। ਜਿਹੜੀ ਔੜ ਲੱਗੀ ਉਹਨਾਂ ਦਿਨਾਂ ਦੇ ਦੌਰਾਨ, ਉਹ ਵੀ ਇੱਕ ਕਾਰਨ ਹੋ ਸਕਦੀ ਹੈ। ਤੇ ਕੁਛ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅਸੀਂ ਵੀ ਆਪਣੇ ਵੱਲੋਂ ਇੱਕ ਯਤਨ ਕੀਤਾ ਸੀਗਾ, ਗੁਰੂ ਮਹਾਰਾਜ ਨੇ ਉਹਦੇ ਉੱਪਰ ਵੀ ਬਖਸ਼ਿਸ਼ ਜਿਹੜੀ ਹੈ ਉਹ ਕੀਤੀ ਹੈ। ਜੀ, ਆਪਾਂ ਤੁਸੀਂ ਗੱਲ ਕੀਤੀ ਕਿ ਮਸਲੇ ਜਿਹੜੇ ਆਇਡੈਂਟੀਫਾਈ ਹੋਏ ਪਏ ਨੇ ਉਹਨਾਂ ਨੂੰ ਅਮਲੀ ਰੂਪ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ। ਵਪਾਰ ਦੀ ਤੁਸੀਂ ਗੱਲ ਕੀਤੀ, ਤਾਂ ਬੀਜ ਦਾ, ਰੇ ਸਪਰੇ ਦਾ ਵੱਡਾ ਵਪਾਰ ਹੈ ਪੰਜਾਬ ਦੇ ਵਿੱਚ ਜਿਹੜਾ ਚੱਲਦਾ। ਇੱਕ ਨੈਕਸਸ ਹੈ ਮੈਨੂੰ ਲੱਗਦਾ ਜਿਹੜਾ ਆਪਾਂ ਪੰਜਾਬ ਦੇ ਵਿੱਚ ਜਿਹੜਾ ਰੇਤਾ ਬਜਰੀ ਮਾਫੀਆ ਜਿਹੜਾ ਸੁਣਦੇ ਉਹਦੇ ਨਾਲੋਂ ਵੀ ਵੱਡਾ ਮਾਫੀਆ ਜਿਹੜਾ ਕਿ ਇੰਟਰਨੈਸ਼ਨਲ ਹੈਗਾ ਰੇ ਸਪਰੇ ਬੀਜਾਂ ਦਾ। ਤਾਂ ਤੁਹਾਨੂੰ ਲੱਗਦਾ ਵੀ ਉਹ ਕਿਤੇ ਅੜਚਣ ਬਣਦਾ ਹੈ, ਕਿਤੇ ਅੜਿੱਕਾ ਬਣਦਾ, ਜਾਂ ਤੁਸੀਂ ਉਹਨੂੰ ਪਾਰ ਕਰ ਸਕਦੇ ਹੋ, ਸਰ ਕਰ ਸਕਦੇ ਹੋ? ਦੇਖੋ, ਬੁਨਿਆਦੀ ਅੜਿੱਕਾ ਜਿਹੜਾ ਆ ਉਹ ਤਾਂ ਅਸਲ ਦੇ ਵਿੱਚ ਹੈਗੀ ਆ ਪਦਾਰਥਵਾਦੀ ਬਿਰਤੀ, ਜਿਹੜੀ ਪਿਛਲੇ 150 ਸਾਲ ਦੇ ਦੌਰਾਨ ਜਾਂ 1849 ਤੋਂ ਬਾਅਦ ਜਿਹੜਾ ਢਾਂਚਾ ਇੱਥੇ ਲਾਗੂ ਹੋਇਆ ਉਹਦੇ ਤਹਿਤ ਉਹਦੀ ਰਸਾਈ ਹੋਈ ਆ ਸਾਡੇ ਲੋਕਾਂ ਦੇ ਵਿੱਚ, ਹੈ ਨਾ। ਜਿਸ ਤਰ੍ਹਾਂ ਹੁਣ ਮਤਲਬ ਇੱਕ ਛੋਟੀ ਜਿਹੀ ਉਦਾਹਰਨ ਆ, ਜਿੰਨੇ ਅਸੀਂ ਕੁਦਰਤੀ ਖੇਤੀ ਵਾਲਿਆਂ ਨੂੰ ਮਿਲੇ ਆ ਉਹਨਾਂ ਨੇ ਦੱਸਿਆ, ਉਹ ਸਾਰੇ ਕਹਿੰਦੇ ਵੀ ਜਿਹੜੀ ਸਿਉਂਕ ਦੀ ਸਮੱਸਿਆ ਮੰਨੀ ਜਾਂਦੀ ਹੈ ਵੀ ਉਹ ਸਿਉਂਕ ਦੀ ਸਮੱਸਿਆ, ਹਾਲਾਂਕਿ ਸਰਦਾਰ ਰਾਜਵੀਰ ਸਿੰਘ ਹੋਣੀ ਜਿਹੜੇ ਕੁਦਰਤੀ ਖੇਤੀ ਫਾਰਮ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਦਾ ਹੈਗਾ ਉਹ ਦੇਖਦੇ ਨੇ, ਉਹ ਕਹਿੰਦੇ ਵੀ ਲੱਖਾਂ ਹੈਕਟੇਅਰ ਜ਼ਮੀਨ ਜਿਹੜੀ ਹੈ ਉਹ ਉਪਜਾਊ ਹੀ ਸਿਉਂਕ ਨੇ ਬਣਾਈ ਹੈ, ਪਰ ਉਹ ਸਾਡੀ ਫਸਲ ਨੂੰ ਜਾਂ ਹਰੇ ਚੀਜ਼ ਨੂੰ ਨੁਕਸਾਨ ਇਸ ਕਰਕੇ ਕਰ ਰਹੀ ਹੈ ਕਿ ਸਿਉਂਕ ਨੇ ਸੁੱਕੀ ਚੀਜ਼ ਖਾਣੀ ਹੈ। ਜਦੋਂ ਤੁਸੀਂ ਫਸਲੀ ਰਹਿੰਦ ਖੂੰਦ ਸਾੜ ਦਿੱਤੀ, ਉਹਨੂੰ ਅੱਗ ਲਾ ਦਿੰਦੇ ਹੋ, ਉਹਨੂੰ ਜਦੋਂ ਹੋਰ ਕੁਝ ਵੀ ਖਾਣ ਨੂੰ ਨਹੀਂ ਮਿਲਦਾ ਤੇ ਫਿਰ ਉਹ ਜਿਹੜੀ ਆ ਉਹ ਮਤਲਬ ਹਰੀ ਚੀਜ਼ ਨੂੰ ਖਾਂਦੀ ਆ, ਅਦਰਵਾਈਜ਼ ਉਹਦਾ ਖਾਣਾ ਨਹੀਂ ਹੈਗੀ। ਉਹ ਰਹਿੰਦ ਖੂੰਦ ਜਿਹੜੀ ਸੀਗੀ ਉਹਨੂੰ ਖਾ ਕੇ ਉਹ ਦੁਬਾਰਾ ਉਪਜਾਊ ਮਿੱਟੀ ਦੇ ਰੂਪ ਦੇ ਵਿੱਚ ਖੇਤ ਨੂੰ ਮੋੜ ਦਿੰਦੀ ਸੀਗੀ। ਸੋ ਇਹ ਮੇਰੇ ਕਹਿਣ ਦਾ ਇਸ ਇੱਕ ਮਿਸਾਲ ਤੋਂ ਇੱਦਾਂ ਦੀਆਂ ਹੋਰ ਵੀ ਹੈਗੀਆਂ। ਉਹਦਾ ਇੱਕ ਕਾਰਨ ਇਹ ਹੈਗਾ ਆ ਕਿ ਉਸ ਬਿਰਤੀ ਦੇ ਤਹਿਤ ਅਸੀਂ ਸੌਖ ਵੱਲ ਨੂੰ ਵਧੇ ਹਾਂ ਜਾਂ ਵੱਧ ਤੋਂ ਵੱਧ ਮੁਨਾਫਾ ਲੈਣ ਦੀ ਇੱਕ ਪ੍ਰਵਿਰਤੀ ਜਿਹੜੀ ਆ ਉਹ ਅਖਤਿਆਰ ਕੀਤੀ ਹੈ, ਜਿੰਨੇ ਅੱਗੇ ਸਾਨੂੰ ਰਿਟਰਨ ਦੇ ਵਿੱਚ ਜਾਂ ਉਹਦੀ ਏਵਜ਼ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਇੱਦਾਂ ਦੀਆਂ ਦੇ ਦਿੱਤੀਆਂ ਜਿਹੜੀਆਂ ਪਹਿਲਾਂ ਉਸ ਤਰੀਕੇ ਦੇ ਨਾਲ ਨਹੀਂ ਸੀਗੀਆਂ ਜੀ। ਸੋ ਉਹ ਸਮੱਸਿਆਵਾਂ ਵਧਣ ਦੇ ਕਾਰਨ ਜਾਂ ਸਾਨੂੰ ਇੱਕ ਗੱਲ ਸਾਡੇ ਧਿਆਨ ਦੇ ਵਿੱਚ ਆਈ ਕਿ ਜਿਹੜੀ ਚਿੱਟੀ ਮੱਖੀ ਨੇ 2015 ਦੇ ਵਿੱਚ ਹਮਲਾ ਕੀਤਾ ਸੀਗਾ ਆਪਣੇ ਨਰਮੇ ਦੇ ਉੱਪਰ, ਉਹ ਇਸ ਤਰ੍ਹਾਂ ਦੀ ਸਮੱਸਿਆ ਸੀਗੀ ਕਿ ਉਹਦੇ 'ਚ ਜਿੰਨੀ ਜ਼ਿਆਦਾ ਸਪਰੇਅ ਕੀਤੀ ਗਈ ਓਨਾ ਹੀ ਜ਼ਿਆਦਾ ਉਹਦਾ ਹਮਲਾ ਵਧੀ ਗਿਆ, ਕਿਉਂਕਿ ਸਪਰੇਅ ਪੱਤੇ ਦੇ ਉੱਪਰ ਹੁੰਦੀ ਸੀਗੀ, ਮੱਖੀ ਜਿਹੜੀ ਆ ਉਹ ਪੱਤੇ ਦੇ ਥੱਲੇ ਸੀਗੀ। ਦੂਸਰਾ, ਉਹਦੇ ਉੱਪਰ ਜਿਸ ਚੀਜ਼ ਦੀਆਂ ਆਪਣੀਆਂ ਹੱਡੀਆਂ ਬਣੀਆਂ ਹੁੰਦੀਆਂ, ਇਸ ਚੀਜ਼ ਦੀ ਉਹਦੇ ਖੰਭਾਂ ਦੇ ਉੱਪਰ ਪਰਤ ਚੜੀ ਹੁੰਦੀ ਸੀ, ਜਿਹਦੇ ਕਰਕੇ ਉਹਦੇ 'ਤੇ ਸਪਰੇਅ ਅਸਰ ਵੀ ਘੱਟ ਕਰਦੀ ਸੀ। ਜੇਕਰ ਉਸ ਮੱਖੀ ਦੀ ਗਿਣਤੀ ਜਿਹੜੀ ਆ ਉਹ ਕਾਬੂ ਹੇਠ ਰਹੇ, ਭਾਵ ਕਿ 4 ਤੋਂ 5 ਮੱਖੀਆਂ ਵੀ ਇੱਕ ਪੱਤੇ ਦੇ ਥੱਲੇ ਹੋ ਜਾਣ, ਤੇ ਉਹ ਬੂਟੇ ਦਾ ਉਨਾ ਜ਼ਿਆਦਾ ਨੁਕਸਾਨ ਨਹੀਂ ਸੀ ਕਰ ਸਕਦੀਆਂ। ਤੇ ਬਹੁਤ ਸਾਰੇ ਖੇਤ ਦੇ ਵਿੱਚ ਇਸ ਤਰ੍ਹਾਂ ਦੇ ਜੀਵ ਜਾਂ ਕੀਟ ਸੀਗੇ ਜਿਹੜੇ ਉਸ ਮੱਖੀ ਦੇ ਵੈਰੀ ਸੀਗੇ, ਉਹਨੂੰ ਖਤਮ ਕਰ ਦਿੰਦੇ ਸੀਗੇ। ਜ਼ਿਆਦਾ ਸਪਰੇਅ ਕਰਨ ਦੇ ਨਾਲ ਕੀ ਹੋਇਆ ਕਿ ਉਹ ਜਿਹੜੇ ਦੂਸਰੇ ਜੀਵ ਸੀਗੇ ਉਹ ਸਾਰੇ ਮਾਰ ਦਿੱਤੇ, ਜਿਹਦੇ ਕਰਕੇ ਮੱਖੀ ਜਿਹੜੀ ਆ ਉਹ ਬੇਕਾਬੂ ਹੋ ਗਈ। ਉਸ ਸਾਲ ਸਾਨੂੰ ਕਾਫੀ ਜ਼ਿੰਮੇਵਾਰ ਸੱਜਣ ਨੇ ਇਹ ਗੱਲ ਦੱਸੀ ਕਿ ਜਿਨ੍ਹਾਂ ਨੇ ਤਾਂ ਇਹ ਸੋਚ ਲਿਆ ਕਿ ਬਰਬਾਦ ਨਹੀਂ ਹੋਣਾ, ਫਸਲ ਹੁੰਦੀ ਹੋਵੇ ਨਹੀਂ ਹੁੰਦੀ ਨਾ ਹੋਵੇ, ਹੁਣ ਹੋਰ ਸਪਰੇਅ ਤੇ ਖਰਚ ਨਹੀਂ ਕਰਨਾ, ਉਹਨਾਂ ਨੂੰ ਤਾਂ 4 ਟਿੰਡੇ ਜਿਹੜੇ ਸੀਗੇ ਉਹ ਮਿਲ ਗਏ ਨਰਮੇ ਦੇ। ਜਿਨ੍ਹਾਂ ਨੇ ਲੱਗਿਆ ਕਿ ਅਸੀਂ ਮੱਖੀ ਦਾ ਖਾਤਮਾ ਕਰਨਾ, ਉਹਨਾਂ ਦੀ ਫਸਲ ਟੋਟਲ ਤਬਾਹ ਹੋ ਗਈ। ਸੋ ਇਹ ਗੱਲ ਤੁਹਾਡੀ ਠੀਕ ਹੈ ਕਿ ਇਹ ਇੱਕ ਨੈਕਸਸ ਹੈਗਾ ਆ, ਉਸ ਤਰੀਕੇ ਦੇ ਨਾਲ ਮਤਲਬ ਇਹ ਵੱਧਦਾ ਆ ਜਾਂ ਚੱਲਦਾ ਆ। ਦੂਸਰਾ ਇਹ ਹੈ ਕਿ ਕਿਉਂਕਿ ਵਪਾਰਕ ਹਿੱਤ ਉਸ ਤਰੀਕੇ ਦੇ ਨਾਲ ਜੁੜੇ ਹੁੰਦੇ ਨੇ ਤੇ ਉਹ ਕਿਸਾਨਾਂ ਨੂੰ ਵੀ ਉਸ ਤਰੀਕੇ ਦੇ ਨਾਲ ਮਿਸਗਾਈਡ ਕਰ ਲਿਆ ਜਾਂਦਾ। ਤੀਜੀ ਗੱਲ ਬਿਰਤੀ ਦੀ ਵੀ ਹੈਗੀ ਹੈ ਕਿ ਬੰਦੇ ਨੂੰ ਲੱਗਦਾ ਕਿ ਜੇ ਗੁਆਂਢੀ ਦੇ ਮੋਢਿਆਂ ਦੇ ਉੱਤੇ ਢੋਲੀ ਆ ਤੇ ਮੇਰੇ ਤੇ ਵੀ ਹੋਣੀ ਚਾਹੀਦੀ ਆ। ਸੋ ਇਹ ਵੀ ਇੱਕ ਕਾਰਨ ਸਾਨੂੰ ਜ਼ਿਮੀਂਦਾਰਾਂ ਨੇ ਵੀ ਇਹ ਗੱਲ ਕਿਸਾਨਾਂ ਨੇ ਦੱਸੀ ਕਿ ਇਹ ਵੀ ਇੱਕ ਕਾਰਨ ਹੈਗਾ ਜੀ। ਜਿਹੜੀ ਗੱਲ ਤੁਸੀਂ ਬਿਰਤੀ ਦੀ ਕੀਤੀ ਹੈ, ਪਦਾਰਥਵਾਦੀ ਜਿਹੜੀ ਸਾਡੀ ਬਿਰਤੀ ਬਣ ਗਈ ਹੈ, ਉਹ ਬਹੁਤ ਵਜ਼ਨਦਾਰ ਲੱਗਦੀ ਹੈ ਇਸ ਸਾਰੇ ਮਾਮਲੇ ਦੇ ਵਿੱਚ। ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੰਜਾਬ ਦੀ ਖੇਤੀ ਜਿਹੜੀ ਸੁਧਰ ਜਾਵੇ, ਕਿਉਂਕਿ ਹੁਣ ਵੀ ਜਦੋਂ ਆਪਾਂ ਦੇਖਦੇ ਹਾਂ ਕਿ ਕੁਦਰਤੀ ਖੇਤੀ ਦਾ ਜਦੋਂ ਮਾਡਲ ਹੈ ਜਿਹੜਾ ਉਹ ਲੋਕ ਅਪਣਾ ਰਹੇ ਨੇ, ਹੌਲੀ ਹੌਲੀ ਉਹਦਾ ਘਰ ਹੈ ਜਿਹੜਾ ਉਹ ਵੱਧਦਾ ਜਾ ਰਿਹਾ, ਉਸ ਦੇ ਨਾਲ ਔਰਗੈਨਿਕ ਮੰਡੀ ਵੀ ਵੱਧਦੀ ਜਾ ਰਹੀ ਹੈ ਜਿਹੜੀ ਕਿ ਆਮ ਖੇਤੀ ਨਾਲੋਂ ਵੀ ਮਹਿੰਗੀ ਹੈ। ਸੋ ਬਿਲਕੁਲ ਇਹਦੇ ਵਿੱਚ ਕਾਫੀ 2-3 ਚੀਜ਼ਾਂ ਦਾ ਅਸੀਂ ਦੇਖਿਆ ਕਿ ਇੱਕ ਤਾਂ ਕੁਦਰਤੀ ਖੇਤੀ ਜਿਹੜੀ ਆ ਇਹ ਇੱਕ ਮੁਕੰਮਲ ਪੈਕੇਜ ਆ। ਤੁਸੀਂ ਦਿੱਤੇ ਹੋਏ ਢਾਂਚੇ ਦੇ ਤਹਿਤ ਮਤਲਬ ਕਹਿ ਲਓ ਕਿ
ਬਿਨਾਂ ਖਾਦ ਦਵਾਈ ਤੋਂ ਜੇ ਸੋਚ ਲਵੋ ਕਿ ਅਸੀਂ ਫਸਲਾਂ ਪੈਦਾ ਕਰ ਲੈਣੀਆਂ, ਇੰਨਾ ਨਹੀਂ ਜੀ। ਹੈਗਾ। ਤੁਹਾਨੂੰ ਆਪਦੇ ਮਨ ਤੋਂ ਲੈ ਕੇ ਆਪਦੇ ਖੇਤ ਦੇ ਹਾਲਾਤ, ਆਪਣੇ ਖੇਤੀ ਕਰਨ ਦਾ ਢੰਗ ਤਰੀਕਾ, ਉਹ ਸਾਰੇ ਕਾਸੇ ਦੇ ਵਿੱਚ ਤਬਦੀਲੀ ਲਿਆਉਣੀ ਪੈਣੀ ਹੈ। ਦੂਜਾ ਇਹ ਹੈ ਕਿ ਜਿਹੜੇ ਮਤਲਬ ਆਪਾਂ ਕਹੀਏ ਨਾ ਕਿ ਹਾਫ ਹਾਰਟਡ ਯਤਨ ਹੁੰਦੇ ਆ ਜਾਂ ਅੱਧ ਵਰਿੱਚੇ ਜਿਹੇ ਯਤਨ ਹੁੰਦੇ ਆ, ਉਹ ਵੀ ਇਸ ਮਾਮਲੇ ਦੇ ਵਿੱਚ ਨੁਕਸਾਨ ਕਰਦੇ ਆ। ਕਿ ਜਿੰਨੇ ਵੀ ਅਸੀਂ ਕੁਦਰਤੀ ਖੇਤੀ ਦੇ ਮਾਹਰਾਂ ਨੂੰ ਮਿਲੇ, ਉਹਨਾਂ ਨੇ ਇਹੀ ਕਿਹਾ ਵੀ ਪਹਿਲਾਂ ਤੁਸੀਂ ਮੁਕੰਮਲ ਜਾਣਕਾਰੀ ਹਾਸਲ ਕਰੋ, ਕਿਸੇ ਬੰਦੇ ਦੀ ਗਾਈਡੈਂਸ ਦੇ ਅੰਦਰ ਕਰੋ, ਕਿਉਂਕਿ ਇਹ ਵੀ ਜਿਹੜਾ ਹੋਣ ਵਾਲਾ ਢਾਂਚਾ ਵੀ ਲਾਗੂ ਹੋਇਆ, ਇੱਕਦਮ ਨਹੀਂ ਹੋਇਆ। ਪਹਿਲਾਂ ਇਹਦੇ ਵਿੱਚ ਵੀ ਸਮੱਸਿਆਵਾਂ ਆਈਆਂ ਸੀਗੀਆਂ ਤੇ ਉਦੋਂ ਸਾਡਾ ਕੁਦਰਤੀ ਖੇਤੀ ਵਾਲਾ ਬੜਾ ਵਧੀਆ ਚੱਲ ਰਿਹਾ ਸੀਗਾ। ਹੁਣ ਜੇ ਅਸੀਂ ਦੁਬਾਰਾ ਉੱਧਰ ਨੂੰ ਜਾਣਾ ਆ ਤੇ ਉਸ ਤਰੀਕੇ ਦੇ ਨਾਲ ਹੀ ਉਹਨੂੰ ਲਾਗੂ ਕੀਤਾ ਜਾਵੇ। ਫਿਰ ਇਹਦੇ ਵਿੱਚ ਮਤਲਬ ਜਿੱਦਾਂ ਹੁਣ ਝੋਨੇ ਕਰਕੇ ਆਪਾਂ ਦੇਖੀਏ ਵੀ ਖੇਤਾਂ ਦੇ ਵਿੱਚੋਂ ਰੁੱਖ ਹੀ ਗਾਇਬ ਹੋ ਗਏ ਆ। ਸੋ ਜਿੰਨੇ ਵੀ ਕੁਦਰਤੀ ਖੇਤੀ ਮਾਹਰਾਂ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇਹੀ ਗੱਲ ਕਹੀ ਕਿ ਇੱਕ ਮੁਕੰਮਲ ਪੈਕੇਜ ਆ, ਜਿੱਥੇ ਤੁਹਾਡੇ ਘਰ ਦੇ ਵਿੱਚ ਜੇ ਤੁਸੀਂ ਖੇਤੀ ਕਰ ਰਹੇ ਆ ਤਾਂ ਤੁਹਾਡੇ ਘਰ ਦੇ ਵਿੱਚ ਡੰਗਰ ਵੀ ਹੋਣੇ ਚਾਹੀਦੇ ਨੇ, ਤੁਹਾਡੇ ਘਰ ਦੇ ਵਿੱਚ ਮੁਰਗੇ ਮੁਰਗੀਆਂ ਜਿੱਦਾਂ ਆਮ ਪਹਿਲਾਂ ਰੱਖੇ ਹੁੰਦੇ ਸੀਗੇ ਉਹ ਵੀ ਹੋਣੇ ਚਾਹੀਦੇ ਆ, ਕਿਉਂਕਿ ਜੇ ਤੁਸੀਂ ਪਸ਼ੂ ਰੱਖਦੇ ਹੋ ਉਹਨੂੰ ਚਿੱਚੜ ਪੈਂਦੇ ਆ ਤਾਂ ਉਹ ਚਿੱਚੜ ਜਿਹੜਾ ਆ ਉਹ ਮੁਰਗੇ ਮੁਰਗੀਆਂ ਖਾਂਦੇ ਨੇ, ਤੇ ਉਹ ਵੀ ਮਤਲਬ ਇੱਕ ਸੰਤੁਲਨ ਬਣਾ ਕੇ ਰੱਖਦੇ। ਤੇ ਖੇਤਾਂ ਦੇ ਵਿੱਚ ਰੁੱਖ ਵੀ ਜਿਹੜੇ ਆ ਉਹ ਹੋਣੇ ਚਾਹੀਦੇ ਆ। ਤੇ ਜਿੰਨਾ ਵੀ ਡਿਸਚਾਰਜ ਖੇਤ ਦੇ ਵਿੱਚੋਂ ਪੈਦਾ ਹੋ ਰਿਹਾ ਆ, ਜਿਹੜਾ ਤੁਸੀਂ ਜਾਂ ਤੁਹਾਡੇ ਪਸ਼ੂ ਨਹੀਂ ਖਾ ਰਹੇ, ਉਹ ਦੁਬਾਰਾ ਖੇਤ ਦੇ ਵਿੱਚ ਰਲਣਾ ਚਾਹੀਦਾ। ਜਿੰਨਾ ਪਸ਼ੂਆਂ ਦਾ ਬਲ ਮੂਤਰ ਹੈ, ਉਹਨੂੰ ਵੀ ਉਹ ਮਤਲਬ ਉਹਦੇ ਤੋਂ ਜੀਵ ਅੰਮ੍ਰਿਤ ਤਿਆਰ ਕਰਕੇ ਜਾਂ ਖਾਦ ਤਿਆਰ ਕਰਕੇ ਉਹਨੂੰ ਵੀ ਦੁਬਾਰਾ ਜਿਹੜਾ ਆ ਉਹ ਖੇਤ ਦੇ ਵਿੱਚ ਪਾਉਂਦੇ ਆ, ਤਾਂ ਕਿ ਉਹਦੀ ਉਪਜਾਊ ਸ਼ਕਤੀ ਜਿਹੜੀ ਆ ਉਹ ਕੁਦਰਤੀ ਤੌਰ ਦੇ ਉੱਤੇ ਬਰਕਰਾਰ ਰਹੇ। ਸੋ ਇਸ ਤਰ੍ਹਾਂ ਦੇ ਯਤਨ ਔਰ ਕਾਫੀ ਵੱਡੇ ਵਿਆਪਕ ਪੱਧਰ ਦੇ ਉੱਪਰ ਹੋ ਰਹੇ, ਲੋਕ ਇੰਪਲੀਮੈਂਟ ਕਰ ਰਹੇ ਨੇ। ਪਰ ਗੱਲ ਇਹ ਹੈਗੀ ਆ ਕਿ ਚਾਹੇ ਉਹ ਕੁਦਰਤੀ ਖੇਤੀ ਕਰਨੀ ਹੈ, ਚਾਹੇ ਕੈਮੀਕਲ ਫਾਰਮਿੰਗ ਨੂੰ ਹੀ ਬਿਹਤਰ ਤਰੀਕੇ ਦੇ ਨਾਲ ਕਰਨਾ ਆ, ਦਿੱਤੇ ਹੋਏ ਜਿਹੜਾ ਕੰਫਰਟ ਜ਼ੋਨ ਆ ਉਹਦੇ ਚੋਂ ਬਾਹਰ ਜਾ ਕੇ ਇੱਕ ਵਾਰ ਕਰ ਹੋਣਾ ਆ। ਅਖੀਰਲਾ ਸਵਾਲ ਗਾਈ ਸਾਹਿਬ, ਕਿ ਆਪਾਂ ਦੇਖਦੇ ਹਾਂ ਕਿ ਪਾਰਟੀਆਂ ਨੇ ਜਿਹੜੀਆਂ ਚੋਣ ਮਨੋਰਥ ਪੱਤਰ ਰੱਖ ਦਿੰਦੀਆਂ ਨੇ, ਕਿਤਾਬਾਂ ਦੀਆਂ ਕਿਤਾਬਾਂ ਛਾਪ ਦਿੰਦੀਆਂ ਨੇ, ਪਰ ਉਹਦੇ ਵਿੱਚੋਂ ਵੀ ਇੱਕ ਦੋ ਮੁੱਦੇ ਹੀ ਨੇ ਜਿਹੜੇ ਉਹ ਪੂਰੀ ਸਿਆਸਤ ਦੇ ਵਿੱਚ ਜਾਂ ਚੋਣ ਮੁੱਦਿਆਂ ਦੇ ਵਿੱਚ ਗਰਮ ਰਹਿੰਦੇ ਨੇ। ਤਾਂ ਕੀ ਤੁਹਾਨੂੰ ਲੱਗਦਾ ਹੈ ਵੀ ਕੀ ਤੁਸੀਂ ਸਰਕਾਰ ਤੋਂ ਬਿਨਾਂ, ਇਸ ਚੋਣ ਮੁੱਦੇ ਨੂੰ ਲਿਆਏ ਬਿਨਾਂ, ਖੇਤੀ ਨੂੰ ਚੋਣ ਮੁੱਦਾ ਬਣਾਏ ਬਿਨਾਂ, ਇਹ ਜਿਹੜਾ ਮੰਜ਼ਿਲ ਹੈ ਤੁਸੀਂ ਇਹ ਸਰ ਕਰ ਸਕਦੇ ਹੋ? ਇਹ ਦੇਖੋ, ਇੱਕ ਗੱਲ ਤਾਂ ਇਹ ਹੈ ਕਿ ਇੱਥੇ ਇਕੱਲੇ ਸਾਡੀ ਜਾਂ ਆਪਾਂ ਕਹੀਏ ਜਾਗਰੂਕਤਾ ਕੇਂਦਰ ਦੀ ਸਿਰਫ ਇੱਥੋਂ ਤੱਕ ਮਸਲਾ ਮਹਿਦੂਦ ਨਹੀਂ ਹੈਗਾ ਜੀ। ਇੱਦਾਂ ਦੇ ਜ਼ਰੀਏ ਵਸੀਲੇ ਜਿਹੜੇ ਆ ਉਹ ਜ਼ਾਹਰ ਜੀ ਗੱਲ ਆ ਇੱਕ ਤੋਂ ਵੱਧ ਹੋਣਗੇ ਤੇ ਹੋਣੇ ਵੀ ਚਾਹੀਦੇ ਆ। ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਿਹੜੀ ਇੰਪਲੀਮੈਂਟੇਸ਼ਨ ਆ ਉਹ ਪੋਲੀਟੀਕਲ ਲੈਵਲ ਦੇ ਉੱਪਰ ਹੋਵੇ, ਇਹ ਵੀ ਗੱਲ ਜਿਹੜੀ ਆ ਉਹ ਤੁਹਾਡੀ ਦਰੁਸਤ ਹੈ। ਹੁਣ ਇਹਦੇ ਵਿੱਚ ਇੱਕ ਗੱਲ ਜਿਹੜਾ ਨੁਕਤੇ ਵਜੋਂ ਸਮਝਣ ਵਾਲੀ ਹੈ ਉਹ ਇਹ ਹੈ, ਇਹ ਗੱਲ ਠੀਕ ਹੈ ਕਿ ਇਹਦਾ ਮੁਕੰਮਲ ਜੇਕਰ ਤੁਸੀਂ ਤਬਦੀਲੀ ਲਿਆਉਣੀ ਆ ਤੇ ਉਹਦੇ ਵਾਸਤੇ ਸਰਕਾਰੀ ਨੀਤੀ ਦੇ ਵਿੱਚ ਤਬਦੀਲੀ ਤੇ ਉਸ ਨੀਤੀ ਦੇ ਮੁਤਾਬਕ ਉਹਦੇ ਲਾਗੂ ਹੋਣ ਦਾ ਅਮਲ, ਇਹਦੇ ਤੋਂ ਬਿਨਾਂ ਵਿਆਪਕ ਪੱਧਰ ਦੇ ਉੱਪਰ ਸੰਭਵ ਨਹੀਂ ਹੈਗਾ। ਪਰ ਆਪਾਂ ਕਹੀਏ ਕਿ ਉਸ ਤੋਂ ਇਲਾਵਾ ਸਮਾਜਿਕ ਪੱਧਰ ਦੇ ਉੱਪਰ ਕੁਝ ਕੀਤਾ ਹੀ ਨਹੀਂ ਜਾ ਸਕਦਾ, ਇਸ ਤਰ੍ਹਾਂ ਦੀ ਸਥਿਤੀ ਵੀ ਨਹੀਂ ਹੈਗੀ। ਬਹੁਤ ਸਾਰਾ ਇਸ ਤਰ੍ਹਾਂ ਦੇ ਯਤਨ ਹੈਗੇ ਜਿਹੜੇ ਪਹਿਲਾਂ ਹੀ ਸੰਸਥਾਵਾਂ ਕਰ ਰਹੀਆਂ ਨੇ। ਕੁਦਰਤੀ ਖੇਤੀ ਦੀ ਹੀ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਕੁਦਰਤੀ ਖੇਤੀ ਸ਼ੁਰੂ ਕੀਤੀ, ਤੇ ਹੁਣ ਮਤਲਬ ਕੁਦਰਤੀ ਖੇਤੀ ਜਿਹੜੀ ਆ ਉਹਦੀ ਰਿਕਮੈਂਡੇਸ਼ਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਹੋਣ ਲੱਗੀ ਆ। ਕਿਸੇ ਵੀ ਅਮਲ ਨੂੰ ਯਕੀਨੀ ਬਣਾਉਣ ਦੇ ਵਾਸਤੇ ਉਹਦੇ ਉੱਪਰ ਇੱਕ ਸਮਾਜਿਕ ਪਹਿਰੇਦਾਰੀ ਦਾ ਨਿਜ਼ਾਮ ਜਿਹੜਾ ਆ ਉਹ ਜ਼ਰੂਰ ਹੋਣਾ ਚਾਹੀਦਾ। ਤੇ ਉਹਦੇ ਵਾਸਤੇ ਸਭ ਤੋਂ ਮੁੱਢਲੀ ਗੱਲ ਇਹ ਹੈ ਕਿ ਜਿਹੜੇ ਆਪਣੇ ਆਪਣੇ ਤੌਰ ਦੇ ਉੱਪਰ ਯਤਨ ਹੋ ਰਹੇ ਨੇ ਉਹਨਾਂ ਦਾ ਇੱਕ ਚੰਗਾ ਤਾਲਮੇਲ ਸਥਾਪਿਤ ਹੋਵੇ, ਤੇ ਉਹ ਤਾਲਮੇਲ ਜਿਹੜਾ ਆ ਉਹ ਸੰਵਾਦ ਦੇ ਰਾਹੀਂ ਸਥਾਪਿਤ ਹੋ ਸਕਦਾ ਹੈ, ਜਿੱਥੇ ਤੁਸੀਂ ਸਾਰਿਆਂ ਨੂੰ ਗੱਲਬਾਤ ਦੇ ਵਿੱਚ ਲਿਆਉਂਦੇ ਹੋ। ਸੋ ਇਸ ਪਾਸੇ ਨੂੰ ਗੱਲ ਲੈ ਕੇ ਜਾਣ ਦੀ ਸਾਡੀ ਆਉਣ ਦੇ ਸਮੇਂ ਦੇ ਵਿੱਚ ਕੋਸ਼ਿਸ਼ ਹੋਊਗੀ। ਸੋ ਬਹੁਤ ਬਹੁਤ ਮਿਹਰਬਾਨੀ ਗਾਈ ਸਾਹਿਬ, ਤੁਸੀਂ ਆਪਣੇ ਜਿਹੜੇ ਵਿਚਾਰ, ਆਪਣਾ ਜਿਹੜਾ ਤਜਰਬਾ ਉਹ ਸਾਡੇ ਨਾਲ ਸਾਂਝਾ ਕੀਤਾ, ਸੰਗਤਾਂ ਤੱਕ ਪਹੁੰਚਾਇਆ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਗਾਈ ਸਾਹਿਬ ਕਹਿ ਰਹੇ ਸੀਗੇ ਕਿ ਸਾਨੂੰ ਜਾਗਰੂਕਤਾ ਹੈ ਜਿਹੜੀ ਉਹ ਲਗਾਤਾਰ ਕਰਦੇ ਰਹਿਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਵੀ ਅੰਕੜਾ ਦਿੱਤਾ ਕਿ ਲਗਭਗ ਕਿੰਨੇ ਹਜ਼ਾਰ ਹੈਕਟੇਅਰ ਹੈ ਜਿਹੜੀ ਉਹ ਐਤਕੀ ਝੋਨਾ ਹੈ ਜਿਹੜਾ ਉਹ ਨਾ ਲੱਗਣ ਤੋਂ ਜਿਹੜਾ ਅਸੀਂ ਬਚਾ ਲਿਆ ਹੈਗਾ, ਜਿਹਦੇ ਕਰਕੇ ਪਾਣੀ ਦੀ ਵੀ ਬਚਤ ਹੋਈ ਹੈ ਤੇ ਇੱਕ ਫਸਲੀ ਚੱਕਰ ਹੈ ਜਿਹੜਾ ਉਹ ਤੋਂ ਵੀ ਬਚਿਆ ਜਿਹੜਾ ਜਾ ਸਕਦਾ। ਸੋ ਬੇਸ਼ੱਕ ਅਖੀਰ ਸਰਕਾਰਾਂ ਨੇ ਹੀ ਮਸਲੇ ਹੱਲ ਕਰਨੇ ਹੁੰਦੇ ਨੇ, ਪਰ ਜਾਗਰੂਕਤਾ ਦਾ ਜਿਹੜਾ ਪਹਿਰਾ ਗਾਈ ਸਾਹਿਬ ਗੱਲ ਕਰ ਰਹੇ ਸੀ ਉਹ ਬਹੁਤ ਜ਼ਰੂਰੀ ਹੈਗਾ। ਸੋ ਤੁਸੀਂ ਆਪਣਾ ਜਾਗਰੂਕਤਾ ਹੈ ਜਿਹੜੀ ਤੁਸੀਂ ਵੀ ਇਹਨੂੰ ਬਣਾਏ ਰੱਖੋ ਆਲੇ ਦੁਆਲੇ, ਤੇ ਅਜਿਹੀਆਂ ਸੰਸਥਾਵਾਂ ਦਾ ਅਸੀਂ ਸਾਥ ਵੀ ਦਈਏ ਤੇ ਇਹਨਾਂ ਦਾ ਲਾਹਾ ਵੀ ਲਈਏ। ਸੋ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਿਖਰ ਸੰਵਾਦ। ਆਪਣੇ ਸੁਝਾਅ, ਆਪਣੇ ਰਾਏ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਗਲੀ ਵਾਰ ਫਿਰ ਮਿਲਾਂਗੇ ਇਸੇ ਹਫਤੇ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਹੁਣ ਤੁਸੀਂ ਦੇਖ ਸਕਦੇ ਹੋ
ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।